ਸਮੂਹ ਦਰਸ਼ਕਾਂ ਦਾ ਆਵਾਜ਼ੇ ਪੰਜਾਬ ਪ੍ਰੋਗਰਾਮ 'ਚ ਚੈਨਲ ਪੰਜਾਬੀ ਗਲੋਬਲ ਪੰਜਾਬ 'ਤੇ ਸਵਾਗਤ ਹੈ। 23 ਜੁਲਾਈ ਸਨ 1914 ਇੱਕ ਉਹ ਵਾਕਿਆ ਜਿਹੜਾ ਕਿ ਅੱਜ ਵੀ ਇਤਿਹਾਸ ਦਾ ਉਹ ਪੰਨਾ ਲੋਕ ਮਨਾਂ 'ਤੇ ਬੜਾ ਡੂੰਘਾ ਅਸਰ ਰੱਖਦਾ ਹੈ। ਗੁਰੂ ਨਾਨਕ ਜਹਾਜ਼ ਕਾਮਾਗਾਟਾ ਮਾਰੂ ਕੈਨੇਡਾ ਦੀ ਧਰਤੀ ਤੋਂ ਇਸ ਦਿਨ ਵਾਪਸ ਮੁੜਿਆ ਗਿਆ ਸੀ। ਇਹ ਜਹਾਜ਼ ਨਸਲਵਾਦ ਦੀਆਂ ਘਟਨਾਵਾਂ ਦਾ ਪ੍ਰਤੀਕ ਵੀ ਹੈ। ਇਤਿਹਾਸ ਦਾ ਗਵਾਹ ਹੈ ਕਿ ਕਿਸ ਤਰੀਕੇ ਨਾਲ ਸਾਡੇ ਬਜ਼ੁਰਗਾਂ ਨੇ ਸੰਘਰਸ਼ ਕੀਤੇ, ਕਿਸ ਢੰਗ ਦੇ ਨਾਲ ਉਸ ਵੇਲੇ ਦੇ ਜ਼ਾਲਮ ਹਾਕਮਾਂ ਦੇ ਖਿਲਾਫ ਜੰਗ ਛੇੜੀ ਤੇ ਕਿਵੇਂ ਸ਼ਹਾਦਤਾਂ ਹੋਈਆਂ। ਕਿਉਂਕਿ ਇਹੀ ਜਹਾਜ਼ ਜਦੋਂ ਭਾਰਤ ਪਹੁੰਚਿਆ ਬਜਬਜ ਘਾਟ 'ਤੇ ਸਤੰਬਰ 29-30 ਨੂੰ, ਉਸ ਸਮੇਂ ਦੇ ਦੌਰਾਨ ਜਿਸ ਤਰੀਕੇ ਨਾਲ ਗੋਲੀਆਂ ਚਲਾਈਆਂ ਗਈਆਂ, 20 ਦੇ ਕਰੀਬ ਸ਼ਹੀਦੀਆਂ ਹੋਈਆਂ, ਇਹ ਸਾਰੀਆਂ ਮਿਸਾਲਾਂ ਵੀ ਇਸ ਦਾ ਅੰਗ ਹਨ। ਪਰ ਕਾਮਾਗਾਟਾ ਮਾਰੂ ਦੇ ਇਤਿਹਾਸ ਨੂੰ ਅੱਜ ਦੇ ਸਮੇਂ ਦੇ ਵਿੱਚ ਪ੍ਰਸੰਗਿਕ ਕਿਵੇਂ ਰੱਖਿਆ ਜਾ ਸਕਦਾ ਹੈ? ਕੈਨੇਡਾ ਦੀ ਧਰਤੀ 'ਤੇ ਕਾਮਾਗਾਟਾ ਮਾਰੂ ਦੇ ਦੁਖਾਂਤ ਦੇ ਲਈ ਪਾਰਲੀਮੈਂਟ 'ਚ ਮਾਫੀ ਵੀ ਮੰਗੀ ਗਈ। ਇਸ ਤੋਂ ਇਲਾਵਾ ਬਹੁਤ ਸਾਰੇ ਜਗ੍ਹਾਵਾਂ 'ਤੇ ਥਾਂ-ਥਾਂ 'ਤੇ ਇਸ ਦੀ ਆਵਾਜ਼ ਵੀ ਉੱਠੀ। ਪਰ ਕੀ ਨਸਲਵਾਦ ਰੁਕ ਗਿਆ? ਕੀ ਕਾਮਾਗਾਟਾ ਮਾਰੂ ਦੀ ਉਹ ਮਾਫੀ ਜਿਹੜੀ ਕਿ ਇੱਥੇ ਮੰਗੀ ਗਈ ਹੈ ਕਿ ਭਾਰਤ ਦੇ ਵਿੱਚ ਜਦੋਂ ਇਹ ਜਹਾਜ਼ ਵਾਪਸ ਗਿਆ ਤਾਂ ਉਹ ਯੋਧੇ ਜਿਹੜੇ ਸਨ, ਜਿਹੜੇ ਸ਼ਹੀਦ ਹੋਏ, ਕਿ ਉੱਥੋਂ ਦੀ ਪਾਰਲੀਮੈਂਟ ਦੇ ਵਿੱਚ ਵੀ ਉਹਨਾਂ ਦੀ ਗੱਲ ਹੁੰਦੀ ਹੈ? ਕਿ ਅੱਜ ਜਦੋਂ ਜ਼ੁਲਮ ਹੋ ਰਿਹਾ, ਜੋ ਸੰਕਲਪ ਨਸਲਵਾਦ ਦੇ ਖਿਲਾਫ ਉਸ ਜਹਾਜ਼ ਦੇ ਮੁਸਾਫਰਾਂ ਦਾ ਸੀ, ਜਿਹੜਾ ਕਿ ਗੁਰੂ ਨਾਨਕ ਸਾਹਿਬ ਦੇ ਸਰਬੱਤ ਦੇ ਭਲੇ ਅਤੇ ਮਨੁੱਖੀ ਸਾਂਝ ਦਾ ਪ੍ਰਤੀਕ ਸੀ, ਉਹ ਮਾਨਸ ਕੀ ਜਾਤ ਸਭੇ ਏਕੇ ਪਹਿਚਾਨਬੋ ਦੇ ਸੰਕਲਪ ਨੂੰ ਅੱਜ ਕਿਵੇਂ ਤੋੜਿਆ ਜਾ ਰਿਹਾ ਹੈ? ਅੱਜ ਜੋ ਨਸਲਵਾਦ ਹੋ ਰਿਹਾ ਕਿਸ ਤਰ੍ਹਾਂ ਦਾ? ਅੱਜ ਦੀਆਂ ਹਕੂਮਤਾਂ ਜੋ ਫਾਸ਼ੀਵਾਦ ਕਰ ਰਹੀਆਂ ਨੇ, ਕਿਸ ਤਰ੍ਹਾਂ ਦਾ ਸਮਾਂ ਹੈ? ਕਿ ਉਹ ਜਥੇਬੰਦੀਆਂ ਜਿਹੜੀਆਂ ਕਾਮਾਗਾਟਾ ਮਾਰੂ ਲਈ ਤਾਂ ਮਾਫੀ ਮੰਗਾਉਂਦੀਆਂ ਨੇ, ਅੱਜ ਦੀ ਹਕੂਮਤ ਦੇ ਖਿਲਾਫ ਹੀ ਡਟ ਰਹੀਆਂ ਨੇ, ਅੱਜ ਦੇ ਜ਼ੁਲਮ ਖਿਲਾਫ ਵੀ ਬੋਲ ਰਹੀਆਂ ਨੇ, ਜਾਂ ਸਿਰਫ ਇਤਿਹਾਸ ਬਾਰੇ ਕੁਝ ਕਹਿਣਾ ਸੌਖਾ ਹੁੰਦਾ ਹੈ? ਇਹਨਾਂ ਵਿਚਾਰਾਂ ਨੂੰ ਅੱਜ ਦੇ ਪ੍ਰੋਗਰਾਮ 'ਚ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ। ਤੇ ਅੱਜ ਮੇਰਾ ਸਾਥ ਦੇ ਰਹੇ ਨੇ ਗੁਰਪ੍ਰੀਤ ਸਿੰਘ ਜੀ, ਜਿਹੜੇ ਕਿ ਉੱਘੇ ਜਰਨਲਿਸਟ ਨੇ। ਇਸ ਵਿਸ਼ੇ 'ਤੇ ਕਾਫੀ ਕੁਝ ਉਹਨਾਂ ਨੇ ਲਿਖਿਆ ਵੀ ਹੈ, ਵਿਚਾਰਾਂ ਦੀ ਸਾਂਝ ਪਾਉਣਗੇ। ਜੀ ਆਇਆਂ ਨੂੰ ਗੁਰਪ੍ਰੀਤ ਸਿੰਘ ਜੀ, ਸਵਾਗਤ ਹੈ ਤੁਹਾਡਾ। ਬਹੁਤ ਸ਼ੁਕਰੀਆ ਗੁਰਦਿੱਤ ਸਿੰਘ ਜੀ, ਮੰਚ ਮੁਹੱਈਆ ਕਰਨ ਲਈ। ਥੈਂਕ ਯੂ ਤੁਹਾਡਾ। ਸ਼ੁਕਰੀਆ ਜੀ ਗੁਰਪ੍ਰੀਤ ਸਿੰਘ। ਜਿਹੜਾ 23 ਜੁਲਾਈ ਦਾ ਦਿਨ ਹੈ, ਕਾਮਾਗਾਟਾ ਮਾਰੂ ਦੇ ਇਤਿਹਾਸ ਬਾਰੇ ਅਸੀਂ ਦੇਖਦੇ ਹਾਂ ਕਿ ਬਹੁਤ ਜਾਣਕਾਰੀ ਭਰਪੂਰ ਪੱਖ ਨੇ। ਸੋ ਇਸ ਸਮੇਂ ਨੂੰ, ਇਸ ਦਿਨ ਨੂੰ ਮਨਾਉਣ ਲਈ ਕਈ ਘਾੜਤਾਂ ਵੀ ਘੜੀਆਂ ਜਾਂਦੀਆਂ ਨੇ, ਕਈ ਇਕੱਤਰਤਾਵਾਂ ਵੀ ਹੁੰਦੀਆਂ ਨੇ, ਕਈ ਵਿਚਾਰਾਂ ਵੀ ਹੁੰਦੀਆਂ ਨੇ। ਪਰ ਇਸ ਦੀ ਪ੍ਰਸੰਗਿਕਤਾ ਨੂੰ ਦੇਖਣ ਲਈ ਅਸੀਂ ਚਾਹਾਂਗੇ ਕਿ ਪਿਛੋਕੜ ਤੋਂ ਲੈ ਕੇ ਅੱਜ ਦੇ ਸਮੇਂ ਤੱਕ ਦੇ ਜਿਹੜੇ ਵੱਖ-ਵੱਖ ਪਹਿਲੂ ਹਨ, ਉਹਨਾਂ ਦੀ ਰੌਸ਼ਨੀ 'ਚ ਗੱਲ ਕੀਤੀ ਜਾਏ। ਗੱਲ ਇਸ ਤਰ੍ਹਾਂ ਗੁਰਵਿੰਦਰ ਸਿੰਘ ਜੀ, ਕਿ ਜਿਹੜਾ ਕਾਮਾਗਾਟਾ ਮਾਰੂ ਦਾ ਜਦੋਂ ਦੁਖਾਂਤ ਹੋਇਆ, ਉਸ ਵੇਲੇ ਦੋ ਤਿੰਨ ਗੱਲਾਂ ਜਿਹੜੀਆਂ ਧਿਆਨ 'ਚ ਰੱਖਣ ਵਾਲੀਆਂ। ਭਾਰਤ ਜਿਹੜਾ ਸੀਗਾ, ਜਿਹੜਾ ਅਜੋਕੇ ਸਮੇਂ ਦਾ, ਇਹ ਬਰਤਾਨਵੀ ਹੁਕੂਮਤ ਦੇ ਥੱਲੇ ਸੀ ਜੀ, ਔਰ ਵੈਨਕੂਵਰ ਦੀ ਧਰਤੀ 'ਤੇ ਕਾਂਡ ਹੋਇਆ, ਜਿੱਥੇ ਕਿ ਇਹ ਵੀ ਬ੍ਰਿਟਿਸ਼ ਕਾਲੋਨੀ ਸੀ ਜੀ, ਜਿਹੜਾ BC ਦਾ ਇਲਾਕਾ। ਸੋ ਜਦੋਂ ਇਹ ਜਹਾਜ਼ ਉੱਥੋਂ ਚੱਲਦਾ, ਜਿਹੜੇ ਮੁਸਾਫਰ ਉੱਤੇ ਚੜ੍ਹ ਕੇ ਇੱਥੇ ਆਉਂਦੇ ਨੇ, ਉਹ ਇਸ ਉਮੀਦ ਵਿੱਚ ਆਉਂਦੇ ਨੇ ਕਿ ਜਿਹੜਾ ਬਰਤਾਨਵੀ ਪ੍ਰਜਾ ਹੈ, ਅਸੀਂ ਬਰਤਾਨਵੀ ਪ੍ਰਜਾ ਹਾਂ, ਬਰਤਾਨਵੀ ਸਲਤਨਤ ਜਿਹੜੀ ਹੈ ਵਿਤਕਰਾ ਨਹੀਂ ਕਰਦੀ। ਇਸ ਕਿਸਮ ਦੀ ਧਾਰਨਾ ਲੋਕਾਂ ਦੀ ਬਣੀ ਹੋਈ ਸੀ ਕਿ ਬਰਤਾਨਵੀ ਸਲਤਨਤ ਜਿਹੜੀ ਹੈ, ਉਸ ਦਾ ਹਿਰਦਾ ਬੜਾ ਵਿਸ਼ਾਲ ਹੈ, ਅਸੀਂ ਉਸ ਦੀ ਪ੍ਰਜਾ ਹੋਣ ਦੇ ਨਾਤੇ ਸਲਤਨਤ ਦੇ ਇੱਕ ਹਿੱਸੇ ਤੋਂ ਦੂਜੇ ਹਿੱਸੇ ਤੱਕ ਜਾ ਸਕਦੇ ਹਾਂ। ਸੋ ਇਸ ਉਮੀਦ ਨਾਲ ਉੱਥੇ ਆਏ ਕਿ ਅਸੀਂ ਇੱਥੇ ਆਵਾਂਗੇ, ਜ਼ਿੰਦਗੀ ਸੁਧਾਰਾਂਗੇ। ਬ੍ਰਿਟਿਸ਼ ਹੁਕੂਮਤ ਦੇ ਥੱਲੇ ਜਿਸ ਕਿਸਮ ਦਾ ਮਾਹੌਲ ਸੀਗਾ, ਆਰਥਿਕਤਾ ਦਾ ਬੁਰਾ ਹਾਲ ਸੀ, ਕਿਰਸਾਨੀ ਦਾ ਬੁਰਾ ਹਾਲ ਸੀ, ਲੋਕ ਮਤਲਬ ਆਰਥਿਕ ਕਾਰਨਾਂ ਕਰਕੇ ਇੱਥੇ ਆਉਣ ਲਈ ਮਜਬੂਰ ਹੋਏ। ਪਰ ਇੱਕ ਗੱਲ ਇਹ ਹੋਈ ਹੈ ਕਿ ਉਸ ਤੋਂ ਪਹਿਲਾਂ ਵੀ ਜ਼ਿਆਦਤੀਆਂ ਲਗਾਤਾਰ ਹੋ ਰਹੀ ਸੀਗੀਆਂ। ਇੱਕ ਤਾਂ ਇੱਥੇ ਨਸਲਵਾਦ ਬਹੁਤ, ਜਿਹਨੂੰ ਕਹਿੰਦੇ ਕਿ ਭਿਆਨਕ ਰੂਪ ਦੇ ਵਿੱਚ ਉਸ ਵੇਲੇ ਸੀ, ਜਿਹਦੇ ਕਰਕੇ ਲੋਕਾਂ ਨੂੰ ਵੋਟ ਪਾਉਣ ਦਾ ਹੱਕ ਵੀ ਨਹੀਂ ਸੀਗਾ, ਟੱਬਰ ਲਿਆਉਣ ਦੇ ਵੀ ਖੁੱਲ੍ਹ ਨਹੀਂ ਸੀ ਜੀ। ਸੋ ਲੋਕੀ ਮਤਲਬ ਬੇਵਸੀ ਦੇ ਵਿੱਚ ਇੱਥੇ ਆ ਕੇ ਇਕੱਲੇ ਆਉਂਦੇ ਸੀ। ਸੋ ਕੋਸ਼ਿਸ਼ ਉਹਨਾਂ ਦੀ ਸਰਕਾਰ ਦੀ ਇਹ ਹੁੰਦੀ ਸੀ ਕਿ ਇਹ ਲੋਕ ਆਉਣ, ਮਾੜਾ ਮੋਟਾ ਆਪਣਾ ਕਮਾਉਣ, ਕੁਝ ਸਰਮਾਏਦਾਰਾਂ ਦਾ ਫਾਇਦਾ ਹੋ ਜਾਊਗਾ, ਸਸਤੀ ਉਜਰਤ 'ਤੇ ਕੰਮ ਕਰਨਗੇ, ਥੋੜ੍ਹਾ ਬਹੁਤ ਪੈਸਾ ਇਕੱਠਾ ਕਰਕੇ ਚੱਲ ਜਾਣਗੇ। ਉਹ ਚਾਹੁੰਦੇ ਸੀ ਕਿ ਪਰਮਾਨੈਂਟਲੀ ਸੈਟਲ ਨਾ ਹੋਣ ਇੱਥੇ। ਸੋ ਇਹ ਉਹਨਾਂ ਦੀ ਸਾਜ਼ਿਸ਼ ਸੀਗੀ, ਉਹਨਾਂ ਦੀ, ਕਿ ਕਿਸ ਤਰੀਕੇ ਨਾਲ ਬਾਹਰ ਰੱਖੋ। ਕਾਮਾਗਾਟਾ ਮਾਰੂ ਤੋਂ ਪਹਿਲਾਂ ਇੱਕ ਸਿੱਧੇ ਸਫ਼ਰ ਦਾ ਕਾਨੂੰਨ ਬਣਾਇਆ ਗਿਆ ਜੀ, ਔਰ ਉਹ ਵੀ ਸਾਜ਼ਿਸ਼ੀ ਢੰਗ ਨਾਲ ਬਣਾਇਆ ਗਿਆ ਕਿ ਇਹ ਕਾਨੂੰਨ ਇਸ ਕਿਸਮ ਦਾ ਬਣਾਓ ਕਿ ਉੱਥੋਂ ਭਾਰਤੀ ਲੋਕ ਇੱਥੇ ਆ ਨਾ ਸਕਣ, ਉਹਨਾਂ ਦਾ ਦਾਖਲਾ ਬੰਦ ਹੋਵੇ। ਇੱਕ ਉਹਨਾਂ ਦੇ ਮਨ 'ਚ ਬੇਚੈਨੀ ਇਹ ਵੀ ਸੀ ਕਿ ਜਦੋਂ ਇੱਥੇ ਆਉਂਦੇ ਨੇ, ਖੁੱਲ੍ਹੀ ਫਿਜ਼ਾ ਵਿੱਚ ਆ ਕੇ ਇੱਥੋਂ ਦੇ ਮਾਹੌਲ ਵਿੱਚ ਵਿਚਰਦੇ ਆ, ਇੱਥੇ ਕੰਮਕਾਰ ਕਰਦੇ, ਇੱਥੋਂ ਦੇ ਟ੍ਰੇਡ ਯੂਨੀਅਨ ਨਾਲ ਉੱਠਦੀ ਬੈਠਦੀ ਹੁੰਦੀ, ਉਹਨਾਂ ਨੂੰ ਸੋਝੀ ਆਉਂਦੀ। ਹਾਲਾਂਕਿ ਮੈਂ ਇਸ ਗੱਲ ਨਾਲ ਪੂਰੀ ਤਰ੍ਹਾਂ ਸਹਿਮਤ ਨਹੀਂਗਾ, ਕਿਉਂਕਿ ਜਿਹੜੇ ਸਾਡੇ ਗਦਰੀ ਬਾਬੇ ਇੱਥੇ ਆਏ, ਉਹਨਾਂ 'ਚ ਸੋਝੀ ਪਹਿਲਾਂ ਹੀ ਬਹੁਤ ਸੀਗੀ ਜੀ। ਪਰ ਫਿਰ ਵੀ ਜੇ ਤਰਕ ਸੰਗਤ ਮੰਨ ਲੈਂਦੇ ਥੋੜ੍ਹੀ ਦੇਰ ਲਈ, ਜੇ ਬ੍ਰਿਟਿਸ਼ ਸਰਕਾਰ ਦੇ ਪਰਸਪੈਕਟਿਵ ਤੋਂ ਉਹਨਾਂ ਨੂੰ ਲੱਗਦਾ ਸੀ ਕਿ ਇੱਥੇ ਆ ਕੇ ਖੁੱਲ੍ਹੀ ਫਿਜ਼ਾ ਦਾ ਮਾਹੌਲ ਦੇਖਣਗੇ ਤਾਂ ਉਹਨਾਂ 'ਚ ਚੇਤਨਤਾ ਹੋਊਗੀ ਕਿ ਸਾਡੇ ਕੋਲ ਵੀ ਇਹੋ ਜਿਹਾ ਮਾਹੌਲ ਚਾਹੀਦਾ। ਉਹ ਫਿਰ ਉੱਥੇ ਆਜ਼ਾਦੀ ਦੀ ਲੜਾਈ ਜਿਹੜੀ ਹੈ ਉਸ ਤੋਂ ਬਲ ਮਿਲੂਗਾ। ਸੋ ਕਾਮਾਗਾਟਾ ਮਾਰੂ ਜਦੋਂ ਕਾਂਡ ਹੋਇਆ, ਉਸੇ ਕਾਨੂੰਨ ਦੇ ਤਹਿਤ ਕੀਤਾ ਗਿਆ
ਜਹਾਜ਼ ਦੀ ਐਂਟਰੀ ਰੋਕੀ ਗਈ। 2 ਮਹੀਨੇ ਜਹਾਜ਼ ਪਾਣੀ 'ਚ ਖਿਲਾਰੀ ਰੱਖਿਆ ਗਿਆ। ਕੁਝ ਇੱਕ ਮੁੱਠੀ ਭਰ ਲੋਕਾਂ ਨੂੰ ਉਤਾਰ ਕੇ, ਜਿਨ੍ਹਾਂ ਵਿੱਚ ਸਰਕਾਰੀ ਟਾਊਟ ਵੀ ਸੀਗੇ, ਬਾਕੀਆਂ ਨੂੰ ਵਾਪਸ ਜਾਣ ਲਈ ਮਜਬੂਰ ਕੀਤਾ ਗਿਆ। ਜਦੋਂ ਵਾਪਸ ਗਏ ਉੱਥੇ ਵੀ ਬਜ-ਬਜ ਤੇ ਜ਼ਿਆਦਤੀ ਹੋਈ ਆ। ਉਹਦੇ ਵੀ 2-3 ਵੱਡੇ ਕਾਰਨ ਨੇ। ਇੱਕ ਤਾਂ ਇਹ ਕਿ ਜਿਹੜੇ ਉੱਥੇ ਯਾਤਰੂ ਸੀਗੇ ਉਹ ਚਾਹੁੰਦੇ ਸੀ ਕਿ ਅਸੀਂ ਇੰਨਾ ਕਰਜ਼ਾ ਚੁੱਕ ਕੇ ਆਏ ਹਾਂ, ਘੱਟੋ ਘੱਟ ਅਸੀਂ ਕਲਕੱਤੇ ਜਾ ਕੇ ਕੋਈ ਮਿਹਨਤ ਮਜ਼ਦੂਰੀ ਕਰਕੇ ਆਪਣੇ ਪੈਸੇ ਵਸੂਲ ਲਈਏ। ਬਿਲਕੁਲ। ਉਹਨਾਂ ਨੂੰ ਤਾਂ ਉਹ ਵੀ ਹੱਕ ਜਿਹੜਾ ਉਹ ਖੋਹ ਲਿਆ ਗਿਆ, ਮਜਬੂਰ ਕੀਤਾ ਗਿਆ, ਤੁਸੀਂ ਗੱਡੀ ਚੜ੍ਹੋ, ਤੁਹਾਨੂੰ ਪੰਜਾਬ ਪਹੁੰਚਾਇਆ ਜਾਊਗਾ। ਉੱਥੇ ਗੋਲੀ ਕਾਂਡ ਹੋਇਆ। ਸੋ ਉਲਟ ਗੱਲ ਇਹ ਹੋਈ ਕਿ ਕਾਮਾਗਾਟਾ ਮਾਰੂ ਕਾਂਡ ਨੇ ਆਜ਼ਾਦੀ ਦੀ ਲੜਾਈ ਨੂੰ ਹੋਰ ਪ੍ਰਚੰਡ ਕਰ ਦਿੱਤਾ ਸਿੱਖ ਭਾਈਚਾਰੇ 'ਚ, ਖਾਸ ਤੌਰ 'ਤੇ, ਜਿਹਦੇ ਵਿੱਚ ਮਤਲਬ ਕਿਹਾ ਜਾਂਦਾ ਕਿ ਜਿਹੜੀ ਉਹਨਾਂ ਦੇ ਵੱਡੇ ਸਿੱਖ ਸਰਦਾਰ ਸੀ, ਅਕਾਲ ਤਖਤ ਦੇ ਸਰਬਰਾਹ, ਇਹ ਸਾਰੇ ਲੋਕ ਵੱਡੇ ਸਰਕਾਰ ਦੇ ਨਾਲ ਸੀਗੇ। ਸੋ ਉਸ ਤਾਣੇ ਪੇਟੇ ਨੂੰ, ਉਸ ਸੰਬੰਧ ਨੂੰ ਬਹੁਤ ਢਾਹ ਵੱਜੀ। ਸੋ ਬੇਗਾਨਗੀ ਦੀ ਭਾਵਨਾ ਵਧੀ। ਇਸ ਗੱਲ ਦਾ ਅਹਿਸਾਸ ਵਧਿਆ ਕਿ ਅਸੀਂ ਆਜ਼ਾਦੀ ਲੈਣੀ ਹੈ। ਆਜ਼ਾਦੀ ਦੀ ਲੜਾਈ ਹੋਰ ਪ੍ਰਚੰਡ ਹੋਈ। ਸੋ ਇਹ ਜੋ ਕੁਛ ਸੀਗਾ ਨਸਲੀ ਵਰਤਾਰਾ ਸੀ ਇੱਕ ਤਰੀਕੇ ਦਾ। ਹੁਣ ਅੱਜ ਦੇ ਸਮੇਂ 'ਚ ਆਪਾਂ ਦੇਖਦੇ ਹਾਂ ਨਸਲਵਾਦ ਉਸ ਤਰ੍ਹਾਂ ਜਾਰੀ ਹੈ, ਪਰ ਅਸੀਂ ਇਹ ਭੁੱਲ ਜਾਂਦੇ ਕਿ ਨਸਲਵਾਦ ਦਾ ਜਿਹੜਾ ਕਾਂਡ ਸਿਰਫ ਸਾਡੇ ਨਾਲ ਨਹੀਂ ਹੋਇਆ। ਉਸ ਤੋਂ ਪਹਿਲੀ ਗੱਲ ਜਿਹੜਾ ਕੈਨੇਡਾ ਦੀ ਨੇਸ਼ਨ ਸਟੇਟ ਦੀ ਉਸਾਰੀ ਹੋਈ ਹੈ, ਉਹ ਵੀ ਇੱਕ ਬਸਤੀਵਾਦੀ ਜਾਂ ਨਸਲਵਾਦੀ ਸੋਚ ਦੇ ਤਹਿਤ ਹੋਈ ਹੈ। ਇਹ ਮੰਨ ਲਿਆ ਕਿ ਇੱਥੋਂ ਦੇ ਜਿਹੜੇ ਮੂਲ ਵਾਸੀ ਨੇ ਉਹ ਸਾਡੇ ਬਰਾਬਰ ਨਹੀਂ, ਜਾਂ ਸਾਡੇ ਵਾਂਗ ਨਹੀਂ ਸੋਚਦੇ, ਜਾਂ ਦ੍ਰਿਸ਼ਟੀਕੋਣ ਵੱਖਰਾ ਆ। ਜ਼ਮੀਨ ਜਿਹੜੀ ਹੈ ਇਸ ਦੇ ਉੱਤੇ ਅਸੀਂ ਜਾ ਕੇ ਇਹਨੂੰ ਮੱਲਾਂਗੇ, ਅਸੀਂ ਇਸ ਦੇ ਮਾਲਕ ਬਣਾਂਗੇ, ਔਰ ਇੱਥੇ ਜਿਹੜਾ ਹੈ ਇੱਕ ਬਸਤੀ ਕਾਇਮ ਹੋਏਗੀ ਜੀ। ਸੋ ਉਸ ਉਦੇਸ਼ ਨਾਲ ਇੱਥੇ ਆਏ ਤਾਂ ਉਹਨਾਂ ਵਿੱਚ ਪਹਿਲਾਂ ਹੀ ਨਸਲ ਦੀ ਉੱਚਤਾ ਤੇ ਉੱਤਮਤਾ ਦੀ ਭਾਵਨਾ ਸੀਗੀ। ਸੋ ਨਸਲਵਾਦ ਦਾ ਜਿਹੜਾ ਮੁੱਢ ਤਾਂ ਉੱਥੋਂ ਹੀ ਵੱਜ ਜਾਂਦਾ। ਇਸ ਗੱਲ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਸੋ ਇਨ ਦਾ ਮੀਨ ਟਾਈਮ ਜਿਹੜੀ ਕਾਮਾਗਾਟਾ ਮਾਰੂ ਦੇ ਵਾਪਰਨ ਤੱਕ ਕਈ ਕਿਸਮ ਦੀਆਂ ਜ਼ਿਆਦਤੀਆਂ ਹੋ ਚੁੱਕੀਆਂ। ਚੀਨੀ ਭਾਈਚਾਰੇ ਦੇ ਹਿਸਾਬ ਨਾਲ ਜ਼ਿਆਦਤੀਆਂ ਹੋਈਆਂ, ਹੈਡ ਟੈਕਸ ਦੀ ਜ਼ਿਆਦਤੀ ਹੋਈ ਹੈ। ਇਸ ਤੋਂ ਇਲਾਵਾ 1907 ਵਿੱਚ ਹੀ ਏਸ਼ੀਆਈ ਭਾਈਚਾਰੇ ਦੇ ਖਿਲਾਫ ਦੰਗੇ ਹੋਏ। ਸੋ ਕਹਿਣ ਦਾ ਮਤਲਬ ਕਿ ਲਗਾਤਾਰ ਜ਼ਿਆਦਤੀਆਂ ਦਾ ਇੱਕ ਇਤਿਹਾਸ ਰਿਹਾ। ਸੋ ਕਾਮਾਗਾਟਾ ਮਾਰੂ ਨੂੰ ਉਸ ਜ਼ਿਆਦਤੀਆਂ ਦੇ ਇਤਿਹਾਸ ਤੋਂ ਵੱਖਰਾ ਕਰਕੇ ਵੀ ਨਹੀਂ ਵੇਖ ਸਕਦੇ। ਉਸ ਵੱਡੀ ਜਿਹੜਾ ਪ੍ਰਸੰਗ 'ਚ ਰੱਖ ਕੇ ਵੇਖਣ ਦੀ ਲੋੜ ਹੈ। ਉਹ ਜਿਹੜੀ ਸਥਿਤੀਆਂ ਅੱਜ ਵੀ ਐਗਜ਼ਿਸਟ ਕਰਦੀਆਂ ਜੀ। ਪਿਛਲੇ ਕੁਝ ਸਾਲਾਂ 'ਚ ਉਹ ਦੁਬਾਰਾ ਹਾਲਾਤ ਜਿਹੜੇ ਨੇ ਉਹ ਮੋੜਾ ਕੱਢ ਗਏ ਨੇ। ਕਿਉਂਕਿ ਸਾਡੇ ਹੁਣ ਭਾਈਚਾਰੇ 'ਚ ਦੁੱਖ ਦੀ ਗੱਲ ਇਹ ਕਿ ਅਸੀਂ ਸੋਚਦੇ ਹਾਂ ਕਿ ਸਾਡਾ, ਜਿਵੇਂ ਜਗਮੀਤ ਸਿੰਘ ਇੱਥੇ NDP ਦਾ ਲੀਡਰ ਬਣ ਗਿਆ, ਜਾਂ ਹਰਜੀਤ ਸਿੰਘ ਸੱਜਣ ਅੱਜ ਰੱਖਿਆ ਮੰਤਰੀ ਨੇ, ਔਰ ਸਬਬ ਨਾਲ ਉਸ ਰੈਜੀਮੈਂਟ ਦੀ ਅਗਵਾਈ ਕਰਦੇ ਰਹੇ ਨੇ ਜਿਸ ਰੈਜੀਮੈਂਟ ਨੇ ਕਾਮਾਗਾਟਾ ਮਾਰੂ ਜਹਾਜ਼ ਮੋੜਿਆ ਸੀ। ਸੋ ਕਹਿਣ ਦਾ ਮਤਲਬ ਕਿ ਉਹਨਾਂ ਨੂੰ ਵੇਖ ਕੇ ਅਸੀਂ ਜਿਹੜੀ ਸਿੰਬੋਲਿਕ ਤੌਰ 'ਤੇ ਜਿਹੜੀਆਂ ਜਿੱਤਾਂ ਹੋਈਆਂ ਜੀ, ਉਹਨਾਂ ਨੂੰ ਜਸ਼ਨ ਅਸੀਂ ਮਨਾ ਰਹੇ ਹਾਂ ਜੀ। ਪਰ ਜੋ ਚੱਲ ਰਿਹਾ, ਜਿਸ ਤਰੀਕੇ ਨਾਲ ਏਸ਼ੀਆਈ ਮੂਲ ਦੇ ਲੋਕਾਂ ਦੇ ਖਿਲਾਫ ਦੁਬਾਰਾ ਹਮਲੇ ਦੇਖੇ ਹੋਏ ਨੇ ਕੋਵਿਡ-19 ਦੀ ਰੌਸ਼ਨੀ ਵਿੱਚ, ਦਸਤਾਰਧਾਰੀਆਂ ਦੇ ਹਮਲੇ ਦੇਖੇ ਹੋਏ ਨੇ, ਮੁਸਲਮਾਨਾਂ ਦੇ ਹੋਏ ਨੇ, ਜਾਂ ਅੱਜ ਵੀ ਮੂਲ ਵਾਸੀਆਂ ਨਾਲ ਢਾਂਚਾਗਤ ਹਿੰਸਾ ਹੋ ਰਹੀ ਹੈ, ਉਸ ਨੂੰ ਲੈ ਕੇ ਹੁਣ ਨਵੇਂ ਸਵਾਲ ਖੜੇ ਹੋ ਗਏ ਨੇ ਕਿ ਕਾਮਾਗਾਟਾ ਮਾਰੂ ਦੇ ਇਤਿਹਾਸ ਤੋਂ ਕੀ ਸੱਚਮੁੱਚ ਕੁਝ ਸਿੱਖਿਆ ਗਿਆ? ਕੀ ਸੇਧ ਲੈ ਕੇ ਅਸੀਂ ਉਸ ਲੜਾਈ ਨੂੰ ਅੱਗੇ ਤੋਰ ਰਹੇ ਹਾਂ, ਜਾਂ ਅਸੀਂ ਸਿਰਫ ਇਸੇ ਗੱਲ ਤੋਂ ਲੈ ਕੇ ਸੰਤੁਸ਼ਟ ਹਾਂ ਕਿ ਚਲੋ ਮਾਫੀ ਮੰਗ ਲਈ ਗਈ ਪਾਰਲੀਮੈਂਟ 'ਚ ਤੇ ਉਸ ਤੋਂ ਬਾਅਦ ਸਿਰਫ ਮੇਲੇ ਮੂਲੇ ਕਰਾ ਛੱਡੇ ਜੀ, ਬਾਕੀ ਜਿਹੜੀਆਂ ਜ਼ਿਆਦਤੀਆਂ ਅੱਜ ਦੇ ਸਮੇਂ 'ਚ ਹੋ ਰਹੀਆਂ ਉਸ ਦੇ ਬਾਰੇ ਗੱਲ ਵੀ ਨਹੀਂ ਨਾ ਹੋਵੇ। ਮੇਰਾ ਖਿਆਲ ਇੱਥੇ ਸਾਨੂੰ ਕੰਮ ਕਰਨ ਦੀ ਲੋੜ ਹੈ। ਜਿੱਥੋਂ ਤੱਕ ਇਹ ਜ਼ਿਆਦਤੀਆਂ ਨੇ ਉਹਨਾਂ ਦਾ ਇਤਿਹਾਸ ਹੈ, ਅਸੀਂ ਜੇਕਰ ਬੁਨਿਆਦੀ ਤੌਰ 'ਤੇ ਦੇਖੀਏ ਕਿ ਕਾਮਾਗਾਟਾ ਮਾਰੂ ਜਹਾਜ਼ ਜਦੋਂ ਇੱਥੇ ਪਹੁੰਚਿਆ ਉਸ ਵੇਲੇ ਜਿਹੜੀਆਂ ਸ਼ਹਾਦਤਾਂ ਹੋਈਆਂ ਉਹਨਾਂ ਬਾਰੇ ਰੋਸ਼ਨੀ ਪਾਓ। ਜਦੋਂ ਕਾਮਾਗਾਟਾ ਮਾਰੂ ਜਹਾਜ਼ ਇੱਥੇ ਜਦੋਂ ਪਹੁੰਚਿਆ, ਉਸ ਤੋਂ ਬਾਅਦ ਤੁਸੀਂ ਵੇਖੋ ਕਿ ਜਦੋਂ ਇੱਥੋਂ ਵਾਪਸ ਜਾਂਦਾ ਜਹਾਜ਼ ਤੇ ਭਾਈਚਾਰੇ ਵਿੱਚ ਬਹੁਤ ਇੱਕ ਕੁੜਤਣ ਵਾਲਾ ਮਾਹੌਲ ਬਣ ਗਿਆ ਸੀਗਾ। ਹੁਣ ਜਿਹੜੇ ਉਸ ਵੇਲੇ ਦੇ ਜਿਹੜੇ ਵੱਡੇ ਅਖਬਾਰ ਨੇ ਉਹ ਖੁਦ ਸਵੀਕਾਰ ਕਰਦੇ ਨੇ ਕਿ ਜਿਹੜਾ ਹੌਪਕਿੰਸਨ, ਇੱਕ ਵਿਵਾਦਗ੍ਰਸਤ ਇਮੀਗ੍ਰੇਸ਼ਨ ਇੰਸਪੈਕਟਰ, ਜਿਹੜਾ ਕਿ ਬੇਸਿਕਲੀ 3 ਸਰਕਾਰਾਂ ਲਈ ਕੰਮ ਕਰ ਰਿਹਾ ਸੀਗਾ। ਕੈਨੇਡਾ ਵਿੱਚ ਤਾਂ ਕੰਮ ਕਰ ਹੀ ਰਿਹਾ ਸੀ ਜਸੂਸੀ ਦਾ। ਇੱਥੇ ਜਿਹੜੇ ਸਾਡੇ ਭਾਈਚਾਰੇ ਦੇ ਜਿਹੜੇ ਆਗੂ ਜਿਹੜੇ ਐਕਟਿਵਿਜ਼ਮ ਕਰ ਰਹੇ ਸੀ ਇਹਨਾਂ ਜ਼ਿਆਦਤੀਆਂ ਦੇ ਖਿਲਾਫ, ਉਹਨਾਂ 'ਤੇ ਨਿਗਾਹ ਰੱਖਦਾ ਸੀ, ਔਰ ਇਹਨਾਂ ਦੀ ਜਸੂਸੀ ਉਹ ਬਰਤਾਨਵੀ ਹੁਕੂਮਤ ਲਈ ਵੀ ਕਰ ਰਿਹਾ ਸੀ। ਇੱਥੋਂ ਤੱਕ ਕਿ ਅਮਰੀਕਾ ਵਿੱਚ ਗਦਰੀ ਕੀ ਕਰਦੇ ਨੇ ਉਸ 'ਤੇ ਵੀ ਇਸ 'ਤੇ ਬਾਜ਼ ਅੱਖ ਰੱਖੀ ਹੈ। ਸੋ ਮਤਲਬ ਕਹਿੰਦਾ ਉਹਦਾ ਜਸੂਸੀ ਦਾ ਇੱਕ ਤਾਣਾ ਪੇਟਾ ਜਾਂ ਇੱਕ ਤਦੂਆ ਜਾਲ ਫੈਲਿਆ ਵਿੱਚ ਸਾਰੇ ਪਾਸੇ। ਸੋ ਉਹਦੇ ਕਰਕੇ ਕੀ ਹੋਇਆ ਕਿ ਭਾਈਚਾਰੇ ਵਿੱਚ ਕੁੜੱਤਣ ਵਾਲਾ ਮਾਹੌਲ ਬਣ ਗਿਆ। ਕਾਮਾਗਾਟਾ ਮਾਰੂ ਕਾਂਡ ਜਦੋਂ ਹੁੰਦਾ, ਉਸ ਤੋਂ ਤੁਰੰਤ ਬਾਅਦ 2-3 ਗੱਲਾਂ ਇਕੱਠੀਆਂ ਵਾਪਰਦੀਆਂ। ਇੱਕ ਤਾਂ ਭਾਈ ਭਾਗ ਸਿੰਘ ਤੇ ਭਾਈ ਬਦਨ ਸਿੰਘ ਨੂੰ ਗੁਰਦੁਆਰੇ 'ਚ ਕਤਲ ਕੀਤਾ ਗਿਆ ਜੀ। ਇਸੇ ਤਰ੍ਹਾਂ ਜਿਹੜਾ ਬੇਲਾ ਜਾਨ ਜਿਹੜਾ ਟਾਊਟ ਸੀਗਾ ਬ੍ਰਿਟਿਸ਼ ਹਕੂਮਤ ਦਾ, ਜਿਸ ਨੇ ਜਾ ਕੇ ਗੁਰਦੁਆਰੇ ਕਾਰਾ ਕੀਤਾ, ਉਸ ਦੇ ਨਾਲ ਦੀ ਜੁੰਡੀ ਵਿੱਚੋਂ ਕੁਝ ਲੋਕਾਂ ਦੇ ਕਤਲ ਹੋਏ। ਕਰਦਿਆਂ ਅਖੀਰ 'ਚ ਭਾਈ ਮੇਵਾ ਸਿੰਘ ਨੂੰ ਹੌਪਕਿੰਸਨ ਦਾ ਸੌਦਾ ਲਾਉਣਾ ਪਿਆ। ਸੋ ਜਿਹੜਾ ਮੇਵਾ ਸਿੰਘ ਨੇ ਜਦੋਂ ਉਸ ਤੋਂ ਸੌਦਾ ਲਾਇਆ ਤੇ ਉਸ ਵੇਲੇ ਦਾ ਸਨ ਅਖਬਾਰ ਕਹਿ ਰਿਹਾ, ਉਹਨਾਂ ਦੀ ਹੈਡਲਾਈਨ ਸੀਗੀ ਕਿ ਜਿਹੜਾ ਹੌਪਕਿੰਸਨ ਸੀ ਇਹ ਕਾਮਾਗਾਟਾ ਮਾਰੂ ਕਾਂਡ ਦਾ 5ਵਾਂ ਵਿਕਟਿਮ ਸੀ, ਯਾਨੀ ਅਖਬਾਰ ਕਹਿ ਰਿਹਾ ਜੀ। ਜਿਸ ਤੋਂ ਗੱਲ ਕਲੀਅਰ ਹੈ ਕਿ ਕਾਮਾਗਾਟਾ ਮਾਰੂ ਕਾਂਡ ਜੇ ਨਾ ਹੁੰਦਾ ਤਾਂ ਇਹ ਕਤਲਾਂ ਦੀ ਲੜੀ ਵੀ ਨਹੀਂ ਸੀ ਵੇਖਣ ਨੂੰ ਸਾਨੂੰ ਮਿਲਣੀ। ਸੋ ਉਸ ਕਾਂਡ ਕਰਕੇ ਸਮੱਸਿਆਵਾਂ ਬਹੁਤ ਵਧੀਆਂ। ਆਜ਼ਾਦੀ ਦੀ ਲੜਾਈ ਤਿੱਖੀ ਹੋਈ। ਜੋ ਤਿੱਖੀ ਹੋਈ ਜ਼ਾਹਰਾ ਤੌਰ 'ਤੇ ਫਿਰ ਜਿਹੜਾ ਦੂਜਾ ਧੜਾ ਸੀਗਾ ਇਮੀਗ੍ਰੇਸ਼ਨ ਏਜੰਟ ਜਿਹੜੇ ਸੀਗੇ ਇਮੀਗ੍ਰੈਂਟ ਧੜਾ,
ਉਹ ਵੀ ਮਤਲਬ ਕਾਫੀ ਜ਼ਿਆਦਾ ਹਰਕਤ 'ਚ ਆਏ। ਸੋ ਦੋਨਾਂ ਪਾਸੇ ਲੜਾਈਆਂ ਜਿਹੜੀਆਂ ਹੋਈਆਂ, ਜਿਸ ਦੇ ਕਰਕੇ ਕਤਲੋਗਾਰਾਂ ਦਾ ਸਿਲਸਿਲਾ ਸ਼ੁਰੂ ਹੋਇਆ। ਔਰ ਭਾਰਤ 'ਚ ਜਿਹੜਾ ਇਤਿਹਾਸ ਵੇਖ ਹੀ ਰਹੇ ਹਾਂ ਕਿ ਕਾਮਾਗਾਟਾ ਮਾਰੂ ਜਹਾਜ਼ 'ਤੇ ਜਿਹੜੇ ਸਵਾਰ ਸੀਗੇ ਕੁਝ ਲੋਕ, ਜਿਵੇਂ ਕਿ ਗੁਰਮੁਖ ਸਿੰਘ ਦਲਤੋਂ, ਜਿਵੇਂ ਬਾਅਦ 'ਚ ਗਦਰ ਲਹਿਰ 'ਚੋਂ ਕੁੱਦੇ ਨੇ ਜੀ, ਜਾਂ ਬਾਅਦ 'ਚ ਜਿਵੇਂ ਗਦਰ ਲਹਿਰ ਨੂੰ ਉਸਨੇ ਬਲ ਦਿੱਤਾ, ਜਾਂ ਗਦਰੀਆਂ ਨੇ ਵੀ ਉਸ ਤੋਂ ਪ੍ਰੇਰਿਤ ਹੋ ਕੇ ਉਸ ਦੇ ਬਾਰੇ ਲਿਖਿਆ, ਡਾਕੂਮੈਂਟ ਕੀਤਾ, ਕਵਿਤਾਵਾਂ ਲਿਖੀਆਂ। ਸੋ ਇਹ ਸਾਰਾ ਕੁਝ ਦੱਸਦਾ। ਔਰ ਤੁਸੀਂ ਦੇਖੋ ਜਦੋਂ ਬਜਬਜ ਦਾ ਸਾਕਾ ਹੋਇਆ, ਉਸ ਤੋਂ ਕਈ ਲੋਕ ਜਿਹੜੇ ਭੱਜੇ ਵੀ ਨੇ ਬਾਅਦ 'ਚ, ਉਹ ਵੀ ਅੰਡਰਗਰਾਊਂਡ ਰਹੇ। ਸੋ ਇਸ ਕਰਕੇ ਜਿਹੜਾ ਇਹ ਸਾਰੀ ਗੱਲ ਨੂੰ ਸਮਝਣਾ ਪੈਣਾ ਕਿ ਆਜ਼ਾਦੀ ਦੀ ਲੜਾਈ ਵਿੱਚ ਕਾਮਾਗਾਟਾ ਮਾਰੂ ਨੇ ਇੱਕ ਮੀਲ ਪੱਥਰ ਦਾ ਰੋਲ ਅਦਾ ਕੀਤਾ। ਇਹ ਹਕੀਕਤ ਹੈ। ਜਿੱਥੋਂ ਤੱਕ ਮੁਸਾਫਰਾਂ ਦੀ ਗੱਲ ਹੈ, ਇਹ ਵੀ ਬਹੁਤ ਚਰਚਿਤ ਰਿਹਾ ਕਿ ਉਹਨਾਂ ਮੁਸਾਫਰਾਂ 'ਚੋਂ ਕੁਝ ਮੁਸਾਫਰ ਜਿਹੜੇ ਆ ਉਹ ਉਤਰ ਗਏ ਕੈਨੇਡਾ 'ਚ। ਉਹਨਾਂ ਬਾਰੇ ਥੋੜ੍ਹਾ ਜਿਹਾ ਵਿਸਥਾਰ 'ਚ ਦੱਸੋ। ਉਹਦੇ ਵਿੱਚ ਗੁਰਵਿੰਦਰ ਸਿੰਘ ਦੀ ਗੱਲ ਇਸ ਤਰ੍ਹਾਂ ਕਿ ਜਿਹੜੇ ਜ਼ਿਕਰ ਜਿਹੜੇ ਕੁਝ ਲੋਕਾਂ ਦੇ ਆਉਂਦੇ ਆ, ਉਹਨਾਂ ਬਾਰੇ ਕਿਹਾ ਜਾਂਦਾ ਕਿ ਇੱਕ ਤਾਂ ਉਹਦੇ ਵਿੱਚ ਕੁਝ ਇਹੋ ਜਿਹੇ ਲੋਕ ਵੀ ਨੇ ਜਿਹੜੇ ਥੋੜ੍ਹੇ ਜਿਹੇ ਸ਼ੱਕੀ ਕਿਸਮ ਦੇ, ਜਿਹੜੇ ਜਸੂਸੀ ਕਰਦੇ ਸੀ ਉਹਨਾਂ ਲਈ। ਸੋ ਉਹਨਾਂ ਨੂੰ ਉੱਥੇ ਉਤਾਰਿਆ ਗਿਆ। ਉਹਨਾਂ ਦੀ ਗੱਲ ਕੋਈ ਖਾਸ ਅਹਿਮੀਅਤ ਨਹੀਂ ਰੱਖਦੀ, ਕਿਉਂਕਿ ਉਹਨਾਂ ਦਾ ਆਪਣਾ ਇੱਕ ਕੇਸ ਬਣਿਆ ਸੀ ਸਰਕਾਰ ਦੇ ਨਾਲ। ਉਹਨਾਂ ਦੇ ਜਿਹੜਾ ਚੌਕਟਾ ਬਣਾਇਆ ਸੀ, ਉਸ ਸਾਰਾ ਕੇਸ ਫਿੱਟ ਹੁੰਦੇ ਸੀਗੇ। ਪਰ ਮੁੱਕਦੀ ਗੱਲ ਇਹ ਕਿ ਜਿਹੜੇ ਉਹਨਾਂ ਵਿੱਚ ਜਿਹੜੇ ਉਹੋ ਜਿਹੇ ਲੋਕ ਸੀ ਜਿਹੜੇ ਇਹਨਾਂ ਦੇ ਜਸੂਸੀ ਰੱਖਦੇ ਸੀ, ਨਿਗਾਹ ਰੱਖਦੇ ਸੀ ਸਰਕਾਰ ਲਈ, ਇੱਕ ਤਰੀਕੇ ਨਾਲ ਕਿਸੇ ਕਿਸਮ ਦਾ ਉਹ ਕੰਡਾ ਨਹੀਂ ਸੀਗੇ, ਉਹਨਾਂ ਨੂੰ ਉੱਥੇ ਉਤਾਰਿਆ ਗਿਆ। ਔਰ ਇਹ ਸਾਨੂੰ ਦੇਖਣਾ ਪੈਣਾ ਕਿ ਪਹਿਲਾਂ ਵੀ ਜਿਹੜੇ ਗਦਰੀ ਬਾਬੇ ਵੀ ਆਏ, ਉਹਨਾਂ ਵਿੱਚ ਵੀ ਕੁਝ ਇਹੋ ਜਿਹੇ ਲੋਕ ਜਿਹੜੇ ਬਾਅਦ 'ਚ ਜਿਨ੍ਹਾਂ 'ਚ ਇਨਕਲਾਬੀ ਰੁਚੀਆਂ ਪੈਦਾ ਹੋ ਗਈਆਂ, ਉਹਨਾਂ ਵਿੱਚ ਕੁਝ ਇਹੋ ਜਿਹੇ ਵੀ ਸੀਗੇ ਜਿਹੜੇ ਪਹਿਲਾਂ ਮੁੱਢ ਦੇ ਵਿੱਚ ਉਸੇ ਪ੍ਰਕਿਰਿਆ ਦੇ ਵਿੱਚ ਇੱਥੇ ਆਏ, ਜਿਹੜੀ ਪ੍ਰਕਿਰਿਆ ਇਮੀਗ੍ਰੈਂਟ ਦੇ ਵੱਲੋਂ ਵਰਤੀ ਜਾ ਰਹੀ ਸੀ, ਯਾਨੀ ਪੈਸਿਆਂ ਦੀ ਲੈ ਦੇ ਕਰਕੇ ਲਿਆਓ, ਫਿਰ ਉਹਨਾਂ ਤੋਂ ਟਾਊਟ ਪੂਣਾ ਕਰਾਉਣਾ। ਜਿਨ੍ਹਾਂ ਦੀ ਜ਼ਮੀਰ ਜਾਗਦੀ ਸੀ, ਉਹਨਾਂ ਨੇ ਉਹਨਾਂ ਨੂੰ ਪਿੱਠ ਦੇ ਦਿੱਤੀ। ਉਹ ਬਾਅਦ ਗਦਰੀਆਂ ਨਾਲ ਉਹਨਾਂ ਨੇ ਮੋਢੇ ਨਾਲ ਮੋਢਾ ਲਾ ਲਿਆ। ਜਿਹੜੇ ਸੁਹਿਰਦ ਸੀਗੇ, ਉਹ ਤਾਂ ਪਹਿਲਾਂ ਹੀ ਲਕੀਰ ਦੇ ਉਸ ਪਾਸੇ ਸੀ ਜੀ। ਪਰ ਕੁਝ ਇਹੋ ਜਿਹੇ ਲੋਕ ਵੀ ਸੀਗੇ ਜਿਹੜੇ ਉਸ ਪ੍ਰਕਿਰਿਆ 'ਚ ਉੱਥੇ ਆਏ, ਪਰ ਇੱਥੇ ਆ ਕੇ ਉਹਨਾਂ ਨੇ ਇੱਥੋਂ ਦੀ ਹਕੂਮਤ ਦੀ, ਜਿਹਨੂੰ ਕਹਿੰਦੇ ਚਮਚਾਗਿਰੀ ਨਹੀਂ ਕੀਤੀ, ਉਹਨਾਂ ਨੇ ਉਲਟਾ ਲਕੀਰ ਕੱਢ ਕੇ ਉਹ ਗਦਰੀਆਂ ਦੇ ਨਾਲ ਖੜੇ ਹੋਏ। ਸੋ ਮੈਂ ਸਮਝਦਾ ਕਿ ਉਹ ਜਿਹੜੇ ਚੰਨਕ ਮੁੱਠੀ ਪਰ ਲੋਕ ਜਹਾਜ਼ ਤੋਂ ਉਤਰੇ ਵੀ ਨੇ, ਉਹ ਕੋਈ ਐਡਾ ਖਾਸ ਇਤਿਹਾਸ 'ਚ ਮਾਇਨਾ ਨਹੀਂ ਰੱਖਦੇ। ਮੇਨ ਗੱਲ ਇਹ ਕਿ ਜਿਹਨਾਂ ਨੂੰ ਉੱਥੋਂ ਮੋੜਿਆ ਗਿਆ ਜੀ, ਉਹਨਾਂ ਨੂੰ ਕਿਉਂ ਮੋੜਿਆ ਗਿਆ, ਔਰ ਪਿੱਛੇ ਮਨਸ਼ਾ ਕੀ ਕੰਮ ਕਰ ਰਹੀ ਸੀਗੀ, ਕਿਸ ਕਿਸਮ ਦਾ ਭਾਈਚਾਰੇ ਨੂੰ ਇੱਕ ਜ਼ਲੀਲ ਕਰਨ ਦਾ ਇੱਕ ਤਰੀਕਾ ਲੱਭਿਆ ਗਿਆ। ਔਰ ਬਾਅਦ 'ਚ ਇੱਥੇ ਅਸੀਂ ਵੇਖਦੇ ਕਿ ਜਦੋਂ ਇਹ ਜਹਾਜ਼ ਉੱਥੇ ਕੰਡੇ ਦੇ ਲਾਗੇ ਖਿਲਾਰੀ ਰੱਖਿਆ ਗਿਆ, ਅਤੇ ਅਖਬਾਰਾਂ 'ਚ ਵੀ ਪੁਰਾਣੀ ਚਾਹੁੰਦਾ ਕਿ ਜਿਹੜੇ ਗੋਰੇ ਜਾ ਕੇ ਵੇਖਦੇ ਸੀ, ਕੋਈ ਨਜ਼ਾਰੇ ਲੈਂਦੇ ਸੀ। ਸੋ ਉਹਨਾਂ ਲਈ ਤਾਂ ਬਾਗੀਆਂ ਪਾਉਣ ਵਾਲਾ ਮਾਹੌਲ ਸੀ ਕਿ ਜਹਾਜ਼ ਉੱਥੋਂ ਜਾਵੇ ਜੀ। ਸੋ ਇਸ ਤਰ੍ਹਾਂ ਦੇ ਹਾਲਾਤ ਸੀ ਉਹ ਵਾਲੇ। ਹੁਣ ਆ ਗਈ ਸਾਡੀ ਜਿਹੜੀ ਮੁੱਖ ਸੰਸਥਾ ਖਾਲਸਾ ਦੀਵਾਨ ਸੁਸਾਇਟੀ। ਗੁਰੂ ਨਾਨਕ ਜਹਾਜ਼ ਕਾਮਾਗਾਟਾ ਮਾਰੂ, ਕਿਉਂਕਿ ਇਹ ਜਹਾਜ਼ ਵੀ ਜਦੋਂ ਜਾਪਾਨ ਤੋਂ ਖਰੀਦਿਆ ਗਿਆ ਤੇ ਨੈਚੁਰਲੀ ਇਸ ਨੂੰ ਜੇ ਲਿਆ ਵੀ ਗਿਆ ਕਿਰਾਏ ਤੇ ਉਸ ਤੋਂ ਬਾਅਦ ਇਸ ਦਾ ਨਾਮਕਰਨ ਕਰ ਦਿੱਤਾ ਗਿਆ, ਕਿਉਂਕਿ ਕਾਮਾਗਾਟਾ ਮਾਰੂ ਜਾਂ ਪਨਾਮਾ ਮਾਰੂ ਜਾਂ ਸਾਰੇ ਮਾਰੂ ਸ਼ਬਦ ਜਾਪਾਨੀ ਹੈ ਤੇ ਉਹ ਨਾਮ ਉੱਥੋਂ ਪ੍ਰਚਲਿਤ ਸਨ। ਗੁਰੂ ਨਾਨਕ ਸਾਹਿਬ ਦੇ ਨਾਂ 'ਤੇ ਲੈ ਕੇ ਭਾਈ ਗੁਰਦਿੱਤ ਸਿੰਘ ਸਰਹਾਲੀ ਨੇ ਇਸ ਨੂੰ ਗੁਰੂ ਨਾਨਕ ਜਹਾਜ਼ ਪ੍ਰਚਲਿਤ ਕੀਤਾ। ਆਮ ਸਾਡੇ ਲੋਕਾਂ 'ਚ ਇਹ ਲੋਕ ਜ਼ਬਾਨ ਦਾ ਵੀ ਹਿੱਸਾ ਕਿ ਸਾਡੇ ਗੁਰਾਂ ਨੇ ਜਹਾਜ਼ ਬਣਾਇਆ, ਆਓ ਜੀ ਨੇ ਪਾਰ ਲੰਘਣਾ। ਪਿੰਡਾਂ 'ਚ ਲੋਕ ਆਮ ਇਹ ਗਾਉਂਦੇ ਹੁੰਦੇ ਸੀ, ਜਾਂ ਵਾਹਿਗੁਰੂ ਨਾਮ ਜਹਾਜ਼ ਹੈ ਚੜ੍ਹੇ ਸੋ ਉਤਰੇ ਪਾਰ। ਇਸ ਤਰ੍ਹਾਂ ਬਹੁਤ ਸਾਰਾ ਪ੍ਰਚਲਿਤ ਹੈ। ਪਰ ਜਦੋਂ ਇੱਥੇ ਆ ਕੇ ਖਾਲਸਾ ਦੀਵਾਨ ਸੁਸਾਇਟੀ, ਜਿਹੜੀ ਕਿ ਗਦਰੀ ਬਾਬਿਆਂ ਨੇ ਸਾਜੀ, ਜਿਹੜੀ ਕਿ ਉੱਥੇ ਗੁਰੂ ਸਾਹਿਬ ਦੇ ਸਾਂਝੀਵਾਲਤਾ ਦੇ ਉਪਦੇਸ਼ ਦੇ ਨਾਲ ਸਾਰਿਆਂ ਵਾਸਤੇ ਮਨੁੱਖੀ ਅਧਿਕਾਰਾਂ ਦੀ ਲੜਾਈ ਦੀ ਅਗਵਾਈ ਕਰਦੀ ਸੀ, ਕਾਮਾਗਾਟਾ ਮਾਰੂ ਜਹਾਜ਼ ਬਨਾਮ ਖਾਲਸਾ ਦੀਵਾਨ ਸੁਸਾਇਟੀ, ਇਹਦੇ 'ਤੇ ਰੋਸ਼ਨੀ ਪਾਓ। ਉਹ ਗੱਲ ਅਸਲ ਪਹਿਲਾਂ ਤਾਂ ਆਪਾਂ ਥੋੜ੍ਹੀ ਜਿਹੀ ਗੱਲ ਕਰ ਲਈਏ ਜਹਾਜ਼ ਬਾਰੇ ਜੀ। ਜਿਹੜਾ ਗੁਰਦਿੱਤ ਸਿੰਘ ਉਹਨਾਂ ਨਾਲ ਵੀ ਇੱਕ ਬਹੁਤ ਜਿਹੜਾ ਲੰਬੇ ਸਮੇਂ ਤੋਂ ਮੈਂ ਵੇਖਦਾ ਕਿ ਇੱਕ ਤਰੀਕੇ ਨਾਲ ਜਾਤੀ ਹੁੰਦੀ ਆ ਰਹੀ ਹੈ ਇਤਿਹਾਸ ਵਿੱਚ। ਕਈਆਂ ਨੇ ਉਹਨਾਂ ਨੂੰ ਇਸ ਤਰ੍ਹਾਂ ਬਣਾ ਕੇ ਪੇਸ਼ ਕੀਤਾ ਕਿ ਸਿਰਫ ਵਪਾਰ ਕਰਨ ਲਈ ਇੱਥੇ ਆਏ ਸੀਗੇ ਜੀ। ਉਹ ਗੱਲ ਠੀਕ ਨਹੀਂ ਹੈ। ਗੁਰਦਿੱਤ ਸਿੰਘ ਦੀ ਸੋਚ ਬੜੀ ਕਲੀਅਰ ਸੀ। ਉਹਨਾਂ ਨੇ ਆਪਣੀ ਜ਼ੁਲਮੀ ਕਥਾ ਨਾਂ ਦੀ ਕਿਤਾਬ ਦੇ ਵਿੱਚ ਕਾਫੀ ਕੁਝ ਕਲੀਅਰ ਕੀਤਾ ਹੋਇਆ, ਆਪ ਹੀ ਕੀਤਾ ਹੋਇਆ। ਉਹਨੂੰ ਲੋਕਾਂ ਨੂੰ ਪੜ੍ਹਨੀ ਚਾਹੀਦੀ, ਜਿਹਨਾਂ ਨੂੰ ਅੱਜ ਵੀ ਭੁਲੇਖੇ ਨੇ। ਇਹ ਉਹਨਾਂ ਦਾ ਸੀਗਾ ਐਕਟ ਆਫ ਰੈਜ਼ਿਸਟੈਂਸ, ਵਿਰੋਧ ਦਾ ਇੱਕ ਉਹਨਾਂ ਦਾ ਐਕਟ ਸੀ। ਉਹਨਾਂ ਦੇ ਦਿਮਾਗ 'ਚ ਇਹ ਗੱਲ ਸੀਗੀ ਕਿ ਇਹ ਆਹ ਜਿਹੜਾ ਕਾਨੂੰਨ ਬਣਿਆ, ਇਹਨੂੰ ਚੁਣੌਤੀ ਦਿੱਤੀ ਜਾਊਗੀ। ਅਸੀਂ ਬਰਤਾਨਵੀ ਪ੍ਰਜਾ, ਸਾਨੂੰ ਰੋਕਿਆ ਨਹੀਂ ਜਾ ਸਕਦਾ। ਉਹ ਬਾਰ-ਬਾਰ ਇਸ ਗੱਲ 'ਤੇ ਜ਼ੋਰ ਦਿੰਦੇ ਸੀ ਕਿ ਮੈਂ ਕੋਰਟਾਂ ਜਾ ਕੇ ਲੜਾਈ ਲੜੂੰਗਾ। ਸੋ ਜਦੋਂ ਜਹਾਜ਼ ਉਹ ਲੈ ਕੇ ਤੁਰੇ ਵੀ ਨੇ, ਉਹਨਾਂ ਦਾ ਪਹਿਲਾਂ ਹੀ ਨਿਸ਼ਾਨਾ ਕਲੀਅਰ ਸੀਗਾ। ਉਸ ਤੋਂ ਪਹਿਲਾਂ ਵੀ ਅਸੀਂ ਗੱਲ ਕਰੀਏ ਬਲਵੰਤ ਸਿੰਘ ਖੁਰਦਪੁਰ ਹੁਣੇ ਜਦੋਂ ਉਹਨਾਂ ਨੂੰ ਮਿਲੇ ਆ, ਉਹਨਾਂ ਨੇ ਵੀ ਪ੍ਰੇਰਿਆ ਇਸ ਗੱਲ ਲਈ। ਸੋ ਇਹ ਜਿਹੜੀ ਗੱਲ ਨਾ ਮਤਲਬ ਘਟਾ ਕੇ ਪੇਸ਼ ਕੀਤੀ ਜਾ ਰਹੀ ਹੈ, ਇਹ ਠੀਕ ਨਹੀਂ ਹੈ। ਗੁਰੂ ਨਾਨਕ ਦੇਵ ਜੀ ਦੇ ਨਾਂ ਦੇ ਉੱਤੇ ਵੀ ਜਹਾਜ਼ ਦਾ ਨਾਂ ਰੱਖਣ ਦਾ ਮਤਲਬ ਇਹ ਰੈਜ਼ਿਸਟੈਂਸ ਦਾ ਸਿੰਬਲ ਸੀਗਾ। ਬਿਲਕੁਲ। ਔਰ ਜ਼ੁਲਮੀ ਕਥਾ ਜਿਹੜੀ ਕਮਾਲ ਦੀ ਗੱਲ ਲਿਖਦੇ ਆ ਕਿ ਉਹਨਾਂ ਨੇ ਤਿੰਨਾਂ ਫਿਰਕਿਆਂ ਨੂੰ ਆਪੋ ਆਪਣੀ ਇਬਾਦਤ ਲਈ ਥਾਂ ਦਿੱਤੀ ਸੀ ਜਹਾਜ਼ ਦੇ ਉੱਤੇ, ਸਿੱਖਾਂ ਨੂੰ ਵੀ, ਮੁਸਲਮਾਨਾਂ ਨੂੰ ਵੀ, ਹਿੰਦੂਆਂ ਨੂੰ ਵੀ। ਬਿਲਕੁਲ। ਔਰ ਉਹ ਕਹਿੰਦੇ ਸੀ ਇਹ ਗੱਲ ਰੜਕਦੀ ਸੀ ਗੋਰਿਆਂ ਨੂੰ, ਬਰਤਾਨਵੀ ਸਰਕਾਰ ਨੂੰ, ਕਿਉਂਕਿ ਸਰਕਾਰ ਦਾ ਤਾਂ ਕੰਮ ਸੀ ਕਿ ਪਾੜੋ ਦੇ ਰਾਜ ਕਰੋ। ਉਹਨਾਂ ਦੇ ਇਸ ਏਜੰਡੇ 'ਚ ਗੱਲ ਫਿੱਟ ਨਹੀਂ ਸੀ ਆਉਂਦੀ, ਜਿਹਦੇ ਕਰਕੇ ਜਿਹੜੇ ਉਹਨਾਂ ਦੇ ਚੰਡੇ ਹੋਏ ਜਿਹੜੇ ਸਰਬਰਾਹ ਸੀਗੇ ਅਕਾਲ ਤਖਤ ਦੇ ਜਾਂ ਸ਼੍ਰੋਮਣੀ ਕਮੇਟੀ ਤਾਂ ਨਹੀਂ ਸੀ ਉਸ ਵੇਲੇ, ਜਿਹੜੇ ਵੀ ਕਾਬਲ ਸੀ ਇਤਿਹਾਸਿਕ ਗੁਰੂ ਘਰਾਂ ਦੇ,
ਉਹਨਾਂ ਦੇ ਥਰੂ ਉਹਨਾਂ ਦੇ ਖਿਲਾਫ ਪੁੱਠੇ ਸਿੱਧੇ ਜਿਹੜੇ ਹੈ ਫਰਮਾਨ ਵੀ ਜਾਰੀ ਕਰਵਾਏ ਗਏ। ਆ ਸਿੱਖ ਵੀ ਗਰਦਾਨੇ ਹੈਗਾ, ਜਿਹਦਾ ਬਾਬਾ ਗੁਰਦੀਪ ਸਿੰਘ ਦੇ ਮਨ ਤੇ ਬਹੁਤ ਭੈੜਾ ਅਸਰ ਪਿਆ, ਕਾਫੀ ਡੂੰਘੀ ਸੱਟ ਸੀ ਉਹਨਾਂ ਉਸ ਗੱਲ ਦੀ। ਉਹ ਬਾਰ-ਬਾਰ ਲਿਖਦੇ ਕਿ ਮੈਨੂੰ ਇਸ ਗੱਲ ਸੱਟ ਵੱਜੀ ਹੈ, ਕਿਉਂਕਿ ਗੁਰਦੀਪ ਸਿੰਘ ਦੇ ਮਨ 'ਚ ਇਹ ਗੱਲ ਸੀ ਕਿ ਮੈਂ ਕੁਝ ਕਰਨਾ ਆਪਣੇ ਭਾਈਚਾਰੇ ਵਾਸਤੇ। ਇਹ ਵੀ ਉਹਨਾਂ ਨੇ ਪਲਾਨ ਬਣਾਇਆ ਸੀ ਕਿ ਜੇ ਸਾਨੂੰ ਇੱਥੇ ਢੋਈ ਨਾ ਮਿਲੀ, ਅਸੀਂ ਅਗਾਂਹ ਜਹਾਜ਼ ਲੈ ਕੇ ਕਿਸੇ ਦੱਖਣੀ ਅਮਰੀਕਾ 'ਚ ਮੁਲਕ 'ਚ ਚੱਲ ਜਾਵਾਂਗੇ, ਪਰ ਉਹ ਸਥਿਤੀ ਪੈਦਾ ਨਹੀਂ ਹੋਈ। ਉਹਨਾਂ ਨੂੰ ਵਾਪਸ ਹੀ ਮੁੜਨ ਲਈ ਮਜਬੂਰ ਕੀਤਾ ਗਿਆ। ਇਸੇ ਕਰਕੇ ਬਜ-ਬਜ ਘਾਟ ਉਸਾਕਾ ਹੋਇਆ। ਜਿਹੜੇ ਲੋਕ ਪੈਸੇ ਧੇਲੇ ਲੈ ਕੇ ਆਏ ਸੀ, ਕਰਜ਼ਾ ਚੁੱਕਿਆ ਸੀ, ਉਹਨਾਂ ਦਾ ਮਨ ਸੀ ਕਲਕੱਤੇ ਜਾ ਕੇ ਮਿਹਨਤ ਮਜ਼ਦੂਰੀ ਕਰਕੇ ਖਰਚੇ ਪੂਰੇ ਕਰ ਲਏ। ਇਹ ਤਾਂ ਗੱਲ ਹੋਈ ਗੁਰਦੀਪ ਸਿੰਘ ਦੀ। ਖਾਲਸਾ ਦੀਵਾਨ ਸੁਸਾਇਟੀ ਨੇ ਆਪਣੀ ਸ਼ੋਰ ਕਮੇਟੀ ਕਾਇਮ ਕੀਤੀ ਜੀ। ਸ਼ੋਰ ਕਮੇਟੀ ਦਾ ਕੰਮ ਸੀ ਕਿ ਇਹਨਾਂ ਲੋਕਾਂ ਦੀ ਬਾਂਹ ਫੜੀ ਜਾਵੇ, ਕਾਨੂੰਨੀ ਚਾਰਾਗੋਈ ਕੀਤੀ ਜਾਵੇ। ਫਿਰ ਪਟਾ ਆਪਣੇ ਨਾਂ 'ਤੇ ਲੈ ਲਿਆ ਤਾਂ ਜੋ ਸਾਡੇ ਕੋਲ ਇੱਕ ਇਹ ਤਰੀਕਾ ਹੋਵੇ ਕਿ ਅਸੀਂ ਕਹਿ ਸਕੀਏ ਕਿ ਇਹ ਜਹਾਜ਼ ਸਾਡਾ ਆ, ਸਾਡੀ ਮਰਜ਼ੀ ਤੋਂ ਬਿਨਾਂ ਜਹਾਜ਼ ਵਾਪਸ ਨਹੀਂ ਜਾ ਸਕਦਾ। ਅਖੀਰ 'ਚ ਕਰਦੇ ਉਹ ਕੇਸ ਉਹ ਹਾਰ ਗਏ, ਉਹਨਾਂ ਦੀ ਗੱਲ ਨਹੀਂ ਬਣੀ। ਪਰ ਸ਼ੋਰ ਕਮੇਟੀ ਨੇ ਜਿਸ ਤਰੀਕੇ ਨਾਲ ਸ਼ਿੱਦਤ ਨਾਲ ਇਹ ਕੇਸ ਲੜਿਆ, ਜਿਸ ਤਰ੍ਹਾਂ ਉਹਨਾਂ ਨੇ ਮੁਸਾਫਰਾਂ ਦੀ ਬਾਂਹ ਫੜੀ, ਉਹ ਆਪਣੇ ਆਪ ਜਜ਼ਬਾ ਕਮਾਲ ਦਾ ਸੀਗਾ। ਅਫਸੋਸ ਦੀ ਗੱਲ ਹੈ ਕਿ ਅੱਜ ਉਸ ਖਾਲਸਾ ਦੀਵਾਨ ਸੁਸਾਇਟੀ ਦੇ ਉੱਤੇ ਉਹ ਲੋਕ ਕਾਬਜ਼ ਨੇ ਜਿਹੜੇ ਕਾਮਾਗਾਟਾ ਮਾਰੂ, ਜਿਹੜੇ ਕਾਨੂੰਨ ਤਹਿਤ ਮੋੜਿਆ ਗਿਆ। ਉਸ ਕਿਸਮ ਦਾ ਕਾਨੂੰਨ ਭਾਰਤ ਸਰਕਾਰ ਲੈ ਕੇ ਆਈ ਆ, CAA ਜਿਸ ਨੂੰ ਕਿਹਾ ਜਾਂਦਾ, ਮੁਸਲਮਾਨਾਂ ਨਾਲ ਵਿਤਕਰਾ ਕਰਨ ਵਾਲਾ, ਕਿ ਮੁਸਲਿਮ ਰਿਫਿਊਜੀ ਨਹੀਂ ਆ ਸਕਦੇ, ਉਹਦੇ ਉਹ ਹੱਕ 'ਚ ਖੜੇ ਹੋਏ। ਉਸ ਦੇ ਵਿਰੋਧ 'ਚ ਮਤਾ ਵੈਨਕੂਵਰ 'ਚ ਲਿਆਇਆ ਗਿਆ, ਉਸ ਦੇ ਖਿਲਾਫ ਖੜੇ ਹੋ ਗਏ। ਉਲਟਾ ਇਹੋ ਜਿਹੇ ਪ੍ਰਧਾਨ ਮੰਤਰੀ ਦੀ ਉਹਨਾਂ ਨੇ ਆਓ ਭਗਤ ਕੀਤੀ ਇੱਥੇ, ਜਿਹੜਾ ਖੁਦ ਮੁਸਲਮਾਨਾਂ ਦੇ ਕਤਲਾਂ ਦੇ ਜ਼ਿੰਮੇਵਾਰ ਸੀ। ਸੋ ਇਹ ਬੜੇ ਅਫਸੋਸ ਦੀ ਗੱਲ ਹੈ। ਔਰ ਇਹੀ ਨਹੀਂ, ਇਸ ਦੇ ਵਿਚਾਲੇ ਤੁਸੀਂ ਵੇਖਿਆ ਹੋਣਾ, ਜਦੋਂ ਟੋਰੀਆਂ ਦੀ ਹੁਕੂਮਤ ਰਹੀ ਇੱਥੇ, ਬੇਸ਼ੱਕ ਹਾਰਪਰ ਨੇ ਕਾਮਾਗਾਟਾ ਮਾਰੂ ਲਈ ਮਾਫੀ ਮੰਗੀ, ਪਰ ਇਮੀਗ੍ਰੇਸ਼ਨ ਦੇ ਬਾਰੇ ਬੜੇ ਸਖਤ ਕਾਨੂੰਨ ਉਸ ਸਰਕਾਰ ਨੇ ਲਿਆਂਦੇ, ਰਿਫਿਊਜੀਆਂ ਦੇ ਨਮਦੇ ਕੱਸ ਦਿੱਤੇ ਗਏ ਜੀ। ਉਹਨਾਂ ਦੇ ਮੰਤਰੀ ਸੰਤਰੀ ਜਿਵੇਂ ਜੇਸਨ ਕੈਨੀ ਵਰਗਿਆਂ ਦੀ ਆਓ ਭਗਤ ਗੁਰਦੁਆਰੇ 'ਚ ਹੁੰਦੀ ਰਹੀ ਹੈ ਬੇਸ਼ਰਮੀ ਦੇ ਨਾਲ। ਸੋ ਸਾਰਾ ਕੁਝ ਉਸ ਸੋਚ ਤੋਂ ਉਲਟ ਹੈ। ਕਿੱਥੇ ਸ਼ੋਰ ਕਮੇਟੀ, ਕਿੱਥੇ ਉਹ ਗਦਰੀਆਂ ਦਾ ਇਤਿਹਾਸ, ਗੌਰਵਮਈ ਇਤਿਹਾਸ, ਕਿੱਥੇ ਅੱਜ ਉਸ ਸਾਰੇ ਇਤਿਹਾਸ ਤੋਂ ਕਲੰਕਿਤ ਕਰਨ ਵਾਲੇ ਲੋਕ ਜਥੇਬੰਦੀ ਚਲਾ ਰਹੇ ਹੋਣ। ਇਸ ਤੋਂ ਵੱਡੀ ਅਫਸੋਸ ਦੀ ਗੱਲ ਹੋਰ ਕੀ ਕਹੀ ਜਾ ਸਕਦੀ। ਹੁਣ ਆ ਗਿਆ ਮਾਫੀਆਂ ਦੀ ਸਿਆਸਤ। ਬਿਨਾਂ ਸ਼ੱਕ ਇਤਿਹਾਸ ਵਿੱਚ ਜੋ ਵਧੀਕੀ ਹੋਈ ਉਸ ਦੀ ਮਾਫੀ ਹੋਣੀ ਚਾਹੀਦੀ ਹੈ। ਮਾਫੀ ਮੰਗਣ ਨਾਲ ਬੰਦਾ ਵੱਡਾ ਹੁੰਦਾ ਹੈ, ਛੋਟਾ ਨਹੀਂ ਹੁੰਦਾ। ਪਰ ਮਾਫੀ ਮੰਗ ਲੈਣਾ ਤੇ ਮੁੜ ਕੇ ਉਸ ਨੂੰ ਦੁਹਰਾ ਦੇਣਾ, ਇਹ ਕਿੱਥੋਂ ਦੀ ਸਹੀ ਰਾਜਨੀਤੀ ਹੈ। ਦੂਸਰਾ ਪੱਖ, ਮਾਫੀ ਦੂਸਰੇ ਤੋਂ ਮੰਗਵਾ ਲੈਣੀ ਪਰ ਖੁਦ ਆਪ ਜ਼ੁਲਮ ਕਰਨਾ, ਇਹ ਕਿੱਥੋਂ ਦੀ ਸੁਹਿਰਦਤਾ ਹੈ। ਇਹ ਦੋ ਗੱਲਾਂ ਨੇ। ਕੈਨੇਡਾ ਦੇ ਵਿੱਚ ਮਾਫੀ ਦੀ ਸਿਆਸਤ ਚੱਲੀ, ਮਾਫੀਆਂ ਮੰਗਾਈਆਂ ਗਈਆਂ, ਜੋ ਕਿ ਇੱਕ ਰਾਜਨੀਤਿਕ ਤੌਰ ਤੇ ਜਿੱਤ ਕਹੀ ਜਾ ਸਕਦੀ ਹੈ। ਇਹ ਬਹੁਤ ਵੱਡੀ ਗੱਲ ਹੈ। ਭਾਈਚਾਰੇ ਦੀ ਜਿੱਤ ਸੀਗੀ, ਭਾਈਚਾਰੇ ਦੀ ਬਹੁਤ ਵੱਡੀ ਜਿੱਤ ਹੈ। ਭਾਈਚਾਰੇ ਦੇ ਦਬਾਅ ਨਾਲ ਹੀ ਹੋਇਆ। ਚਾਹੇ ਉਹ ਸਰੀ ਦੇ ਵਿੱਚ ਮੇਲੇ ਦੇ ਦੌਰਾਨ ਪ੍ਰੋਫੈਸਰ ਮੋਹਨ ਸਿੰਘ ਮੈਮੋਰੀਅਲ ਫਾਊਂਡੇਸ਼ਨ ਦੇ ਮੰਚ ਤੇ ਗਦਰੀ ਬਾਬਿਆਂ ਦੇ ਮੇਲੇ ਤੇ ਹਾਰਪਰ ਉਸ ਵੇਲੇ ਪ੍ਰਾਈਮ ਮਿਨਿਸਟਰ ਸਨ, ਚਾਹੇ ਪਾਰਲੀਮੈਂਟ ਦੇ ਵਿੱਚ, ਜਿਸ ਦੀ ਪਹਿਲਾਂ ਖੁਦ ਟਰੂਡੋ ਇੱਥੇ ਹੀ ਇਕੱਤਰਤਾ ਦੇ ਵਿੱਚ ਫੈਸਲਾ ਕਰ ਚੁੱਕੇ ਸਨ, ਪਾਰਲੀਮੈਂਟ 'ਚ ਮਾਫੀ ਮੰਗੀ। ਸੋ ਉਹ ਮਾਫੀ ਤਾਂ ਮੰਗਾ ਲਈ ਗਈ। ਕੈਨੇਡਾ ਸਰਕਾਰ ਨੇ ਇਸ ਮਾਫੀ ਨੂੰ ਮੰਗ ਵੀ ਲਿਆ, ਬਕਾਇਦਾ ਤੌਰ ਤੇ ਇਸ ਤੇ ਇਜ਼ਹਾਰ ਵੀ ਕੀਤਾ ਕਿ ਉਹ ਨਸਲਵਾਦ ਹੈ। ਪਰ ਹੁਣ ਅਸੀਂ ਪੈਰਲਲ ਗੱਲ ਕਰੀਏ ਕਿ ਜਦੋਂ ਅਸੀਂ ਉਸ ਗੱਲ ਦੀ ਤਾਂ ਮਾਫੀ ਮੰਗਵਾ ਲਈ, ਪਰ ਜਿਹੜਾ ਅੱਜ ਜ਼ੁਲਮ ਹੋ ਰਿਹਾ ਹੈ, ਜਿਹੜੇ ਮਾਫੀ ਮੰਗਵਾਉਣ ਵਾਲੇ ਵੀ ਨੇ, ਉਹਨਾਂ ਦੀ ਆਵਾਜ਼ ਉਸ ਜ਼ੁਲਮ ਦੇ ਖਿਲਾਫ ਕਿੰਨੀ ਕੁ ਉੱਚੀ ਉੱਠੀ ਹੈ। ਤੇ ਮਾਫੀ ਮੰਗ ਕੇ ਫਿਰ ਉਸ ਨੂੰ ਨਸਲਵਾਦ ਨੂੰ ਦੁਹਰਾ ਦੇਣਾ, ਮਾਫੀ ਕਿੰਨੀ ਕੁ ਅਰਥ ਰੱਖਦੀ ਹੈ। ਦੇਖੋ ਜੀ, ਗੱਲ ਅਸਲ ਕਿ ਪਹਿਲੀ ਗੱਲ 100 ਸਾਲ ਪਹਿਲਾਂ ਜਿਹੜੀ ਗੱਲ ਕੋਈ ਹੋਈ ਹੋਵੇ ਉਸ ਦੇ ਉੱਤੇ ਡਿਸਕਸ਼ਨ ਕਰਨੀ ਸੌਖੀ ਹੈ ਜੀ, ਜਦੋਂ ਮਰਜ਼ੀ ਕਰ ਲਓ। ਹਾਂ, ਜਿਹੜਾ ਜ਼ੁਲਮੋ ਸਿਤਮ ਹੋ ਰਿਹਾ ਇਸ ਦੇ ਉੱਤੇ ਗੱਲ ਕਰਨੀ ਔਖੀ, ਕਿਉਂਕਿ ਤੁਹਾਡੇ ਰਿਲੇਸ਼ਨ ਖਰਾਬ ਹੁੰਦੇ। ਹਾਂ, ਗੱਲ ਸਾਰੀ ਇੰਨੀ ਕੁ ਹੈ। ਜਿਨ੍ਹਾਂ ਤੋਰੀ ਫੁਲਕਾ ਇਸ ਗੱਲ ਤੇ ਚੱਲਦਾ ਕਿ ਸਰਕਾਰਾਂ ਨਾਲ ਬਣਾ ਕੇ ਰੱਖਣੀ ਹੈ, ਉਹਨਾਂ ਨੇ ਅੱਜ ਦੀ ਆਜ਼ਾਦੀ ਬਾਰੇ ਕਿੱਥੇ ਗੱਲ ਕਰਨੀ ਹੈ। ਸੌਖੀ ਜੀ ਗੱਲ ਕੱਢ ਲਈ, ਹਾਂਜੀ ਦੇਖੋ ਜੀ ਅਸੀਂ ਮਾਫੀ ਮੰਗਵਾਈ ਸੀ। ਜਿਵੇਂ ਕਈ ਅੰਬੇਦਕਰਵਾਦੀ ਨੇ ਇੱਥੇ, ਅਸੀਂ ਅੰਬੇਦਕਰ ਦਾ ਬੁੱਤ ਲਵਾਤਾ, ਅੰਬੇਦਕਰ ਦੇ ਨਾਂ ਤੇ ਲਾਇਬ੍ਰੇਰੀ ਦਾ ਕਮਰਾ ਰਖਵਾ ਦਿੱਤਾ, ਪਰ ਹੁਣ ਜੋ ਆਜ਼ਾਦ ਪਾਤ ਦਾ ਕੋਡ ਹੈ ਉਸ 'ਤੇ ਨਹੀਂ ਅਸੀਂ ਗੱਲ ਕਰਨੀ ਚਾਹੁੰਦੇ। ਅਸੀਂ ਹਿੰਦੂਤਵ ਸਰਕਾਰ ਦੇ ਖਿਲਾਫ ਕੋਈ ਕੁਛ ਨਹੀਂ ਕਹਿਣਾ। ਉਹ ਚਾਹੇ ਮਨੂਵਾਦ ਲਾਗੂ ਕਰ ਲੈਣ, ਚਾਹੇ ਮਨੂ ਸਮ੍ਰਿਤੀ ਲੈ ਆਉਣ ਤੇ ਕੌਨਸਟੀਟਿਊਸ਼ਨ ਜਾਵੇ ਢੱਠੇ ਖੂਜ, ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ। ਇਹ ਅੱਜ ਖਾਲਸਾ ਦੀਵਾਨ ਸੁਸਾਇਟੀ ਦੀ ਮੈਂ ਮਿਸਾਲ ਲੈ ਕੇ ਹਟਿਆ। ਇਸ ਤੋਂ ਵੱਡੀ ਮਿਸਾਲ ਕੀ ਹੋ ਸਕਦੀ ਕਿ ਜਿਹੜੀ ਸੰਸਥਾ ਨੇ ਬਾਂਹ ਫੜੀ ਉਹਨਾਂ ਮੁਸਾਫਰਾਂ ਦੀ, ਔਰ ਜਿਹੜੀ ਮੂਹਰੇ ਹੋਈ ਕ੍ਰੈਡਿਟ ਲੈਣ ਲਈ ਕਿ ਅਸੀਂ ਮਾਫੀ ਮੰਗਵਾਈ, ਹਾਲਾਂਕਿ ਮਾਫੀ 'ਚ ਉਹਨਾਂ ਦਾ ਕੋਈ ਰੋਲ ਨਹੀਂ ਸੀ ਕਰਨਾ। ਇਹ ਤਾਂ ਪੈਸੇ ਲੈਣ ਕੇ ਯਾਦਗਾਰਾਂ ਬਣਾਉਣ ਦੇ ਚੱਕਰ 'ਚ ਸੀਗੇ। ਮਾਫੀ ਮੰਗਵਾਉਣ ਵਾਲੇ ਦੇ ਵਿੱਚ ਮੋਹਰੇ ਸੀਗੇ ਸਾਬਥਿਨ ਤੇ ਉਹਨਾਂ ਦੇ ਸਾਥੀ, ਨੋ ਡਾਊਟ। ਹਾਰਪਰ ਉਹਨਾਂ ਦੇ ਮੇਲੇ 'ਚ ਮਾਫੀ ਮੰਗਿਆ, ਔਰ ਬਾਅਦ 'ਚ ਟਰੂਡੋ ਵੀ ਉੱਥੇ ਵਾਅਦਾ ਕਰ ਗਿਆ, ਔਰ ਬਾਅਦ 'ਚ ਪਾਰਲੀਮੈਂਟ 'ਚ ਮਾਫੀ ਮੰਗੀ ਗਈ। ਇਹ ਤਾਂ ਗੱਲਾਂ ਹੋਈਆਂ ਇੱਕ ਪਾਸੇ। ਅਗਲੀ ਗੱਲ ਇਹ ਕਿ ਉਹਨਾਂ ਮਾਫੀਆਂ ਮੰਗੇ ਦਾ ਫਾਇਦਾ ਕੀ, ਨਸਲਵਾਦ ਅੱਜ ਵੀ ਹੋ ਰਿਹਾ। ਹਾਂ, ਔਰ ਹਾਰਪਰ ਦੀ ਸਰਕਾਰ ਨੂੰ ਤਾਂ ਇਹ ਪੁੱਛਣਾ ਬਣਦਾ ਕਿ ਤੁਸੀਂ ਕਾਮਾਗਾਟਾ ਮਾਰੂ ਦੀ ਮਾਫੀ ਮੰਗ ਲਈ, ਲੈਂਬਰ ਸਿੰਘ ਨੂੰ ਮਜਬੂਰ ਕਰ ਦਿੱਤਾ ਕਿ ਦੇਸ਼ ਛੱਡ ਕੇ ਚੱਲ ਜਾਵੇ, ਅਪਾਹਜ ਬੰਦੇ ਨੂੰ, ਉਸ ਨੂੰ ਇਹਨਾਂ ਨੇ ਸ਼ਰਨ ਨਹੀਂ ਦਿੱਤੀ। ਤੁਸੀਂ ਇਮੀਗ੍ਰੈਂਟਾਂ ਦੇ ਖਿਲਾਫ ਸਖਤ ਕਾਨੂੰਨ ਲੈ ਕੇ ਆਏ, ਤੁਸੀਂ ਰਿਫਿਊਜੀਆਂ ਦੇ ਨਮਦੇ ਕੱਸ ਦਿੱਤੇ, ਤੁਸੀਂ ਸਿਟੀਜ਼ਨਸ਼ਿਪ ਟੈਸਟ ਬੜਾ ਟਫ ਕਰ ਦਿੱਤਾ,
ਤੁਸੀਂ ਤਾਂ ਕੰਨਾਂ ਹੋਰ ਖੜੀ ਕਰ ਦਿੱਤੀਆਂ। ਕਿਹੜੇ ਹਿਸਾਬ ਨਾਲ ਤੁਸੀਂ ਕਹਿ ਰਹੇ ਸੀ ਅਸੀਂ ਬਹੁਤ ਮਾਫੀ ਮੰਗ ਕੇ ਵਿਸ਼ਾਲ ਬਣ ਗਏ। ਸੋ ਲੋਕ ਦਿਖਾਵਾ ਸੀਗਾ। ਸੋ ਬੀਤੇ ਸਮੇਂ ਦੀ ਮਾਫੀਆ ਦਾ ਕੋਈ ਮਤਲਬ ਨਹੀਂ ਗਾ। ਸੋ ਇਹ ਜ਼ਿਆਦਤੀ ਉਸ ਵੇਲੇ ਹੋਈ ਹੈ। ਅੱਜ ਵੀ ਢਾਂਚਾਗਤ ਨਸਲਵਾਦ ਹੋ ਰਿਹਾ ਮੂਲ ਵਾਸੀਆਂ ਦੇ ਖਿਲਾਫ ਜੀ। ਸੋ ਟਰੂਡੋ ਇਸ ਬਾਰੇ ਸੋਚਣ। ਹਾਲਾਂਕਿ ਟਰੂਡੋ ਤੇ ਹਾਰਪਰ ਵਿੱਚ ਜ਼ਮੀਨ ਅਸਮਾਨ ਦਾ ਅੰਤਰ ਆ, ਪਰ ਜਿੱਥੇ ਸਾਨੂੰ ਨਜ਼ਰ ਆ ਰਿਹਾ ਕਮੀਆਂ ਪੇਸ਼ੀਆਂ, ਸਾਨੂੰ ਉਹਦੀ ਗੱਲ ਕਰਨੀ ਪਏਗੀ ਇਮਾਨਦਾਰੀ ਨਾਲ। ਉਹਨੂੰ ਅਸੀਂ ਮੂੰਹ ਬੰਦ ਨਹੀਂ ਕਰ ਸਕਦੇ ਆਪਣਾ। ਇਹ ਤਾਂ ਗੱਲ ਹੋਈ ਚਲੋ ਖਾਲਸਾ ਦੀਵਾਨ ਸੁਸਾਇਟੀ ਤੇ ਇਹਨਾਂ ਸਰਕਾਰਾਂ ਦਾ ਕੀ ਰੋਲ ਰਿਹਾ। ਜਿਹੜੇ ਮੇਲੇ ਵੀ ਕਰਾਉਂਦੇ ਨੇ, ਬੇਸ਼ੱਕ ਠੀਕ ਹੈ, ਜੋ ਚੰਗੀ ਗੱਲ ਕਰਤੀ ਉਹਨਾਂ ਨੇ ਮਾਫੀ ਮੰਗਵਾ ਲਈ, ਬੜਾ ਕੁਝ ਕਰ ਲਿਆ, ਪਰ ਜੋ ਅੱਜ ਜ਼ਿਆਦਤੀਆਂ ਹੋ ਰਹੀਆਂ ਸੀ, ਇਹਦੇ ਖਿਲਾਫ ਰੈਲੀਆਂ ਹੋਈਆਂ, ਕਦੇ ਆਏ? ਨਸਲਵਾਦ ਦੇ ਖਿਲਾਫ ਰੈਲੀਆਂ ਹੁੰਦੀਆਂ, ਕਦੇ ਕਦ ਵਾਰੀ ਮੂੰਹ ਖਾਤਾ ਹੋਊਗਾ? ਮੁੱਖ ਤੌਰ ਤੇ ਚੁੱਪੀ ਹੈ। ਸੋ ਬਹੁਤਾ ਇੰਟਰਸਟ ਇਸੇ ਗੱਲ 'ਚ ਕਿ ਮੇਲੇ ਲਾਓ, ਇਕੱਠ ਕਰੋ, ਸ਼ਕਤੀ ਪ੍ਰਦਰਸ਼ਨ ਕਰੋ ਕਿ ਸਾਡੇ ਕੋਲ ਬੰਦੇ ਬਹੁਤ ਨੇ, ਸੋਵੀਨਰ ਕੱਢ ਦਿਓ। ਔਰ ਸੋਵੀਨਰ ਵੀ ਇਹੋ ਜਿਹੇ ਲੋਕਾਂ ਤੋਂ ਰਿਲੀਜ਼ ਕਰਾਉਣਗੇ ਜਿਹੜੇ ਵਿਵਾਦਗ੍ਰਸਤ ਨੇ। ਮੇਲੇ 'ਚ ਬੁਲਾਉਣਗੇ ਵੀ ਉਹਨਾਂ ਲੋਕਾਂ ਨੂੰ ਜਿਨ੍ਹਾਂ ਦੀ ਆਪਣੀ ਸ਼ਖਸੀਅਤ ਉੱਤੇ ਸਵਾਲੀਆ ਚਿੰਨ੍ਹ ਲੱਗਦਾ ਕਿ ਉਹ ਵਿਅਕਤੀ ਕਿਸ ਕਿਸਮ ਦੇ ਲੋਕ ਨੇ। ਔਰ ਇੱਥੋਂ ਤੱਕ ਕਿ ਇੰਡੀਆ ਦੇ ਵਿੱਚ ਉਹਨਾਂ ਪਾਰਟੀ ਨਾਲ ਸਾਂਝ ਪਾ ਕੇ ਰੱਖੀ ਹੈ ਕਿ ਜਿਹੜੀਆਂ ਖੁਦ ਮਤਲਬ ਜ਼ੁਲਮ ਕਰਦੀਆਂ ਨੇ, ਜਾਂ ਉਹਨਾਂ ਦੇ ਜਦੋਂ ਇੱਥੇ ਲੀਡਰ ਆਉਂਦੇ ਉਹਨਾਂ ਦੀ ਆਓ ਭਗਤ ਹੁੰਦੀ। ਸੋ ਇਹ ਸਾਰੀਆਂ ਗੱਲਾਂ ਵੇਖਣ ਵਾਲੀਆਂ। ਜੇ ਮਤਲਬ ਤੁਸੀਂ 100 ਸਾਲ ਪੁਰਾਣੀ ਗੱਲ ਦੀ ਮਾਫੀ ਮੰਗਵਾ ਕੇ ਡੁਗਡੁਗੀ ਵਜਾਈ ਚੱਲੋ, ਅੱਜ ਇੰਨਾ ਕੁਝ ਹੋ ਰਿਹਾ ਉਸ ਦੇ ਬਾਰੇ ਬੋਲੋ ਤੱਕ ਨਾ, ਤੇ ਮੇਰਾ ਖਿਆਲ ਉਹ ਸਾਰੇ ਕੀਤੇ ਕਰਾਏ ਤੁਸੀਂ ਪਾਣੀ ਫੇਰਨ ਵਾਲਾ ਕੰਮ ਕੀਤਾ। ਤੁਸੀਂ ਇਹ ਨਾ ਭੁੱਲੋ ਕਿ ਗਦਰੀਆਂ ਨੇ ਭਾਰਤ ਦੀ ਆਜ਼ਾਦੀ ਤੋਂ ਬਾਅਦ ਵੀ ਟਿੱਕੇ ਨਹੀਂ ਘਰ ਬੈਠੇ ਹੋ। ਬਾਬਾ ਬੂਜਾ ਸਿੰਘ ਨੇ ਸ਼ਹਾਦਤ ਦਿੱਤੀ ਹੈ, ਸੋਹਣ ਸਿੰਘ ਭਗਨਾ ਨੂੰ ਜੇਲ੍ਹ ਜਾਣਾ ਪਿਆ ਜੀ, ਅਨੇਕਾਂ ਮਿਸਾਲਾਂ ਨੇ ਜੀ। ਜਿਸ ਦਾ ਮਤਲਬ ਕੀ ਹੋਇਆ? ਉਹਨਾਂ ਦਾ ਨਿਸ਼ਾਨਾ ਸਿਰਫ ਇਹ ਨਹੀਂ ਸੀ ਕਿ ਗੋਰੇ ਕੱਢ ਦਿਓ ਤੇ ਬਸ ਸਾਡੇ ਭੂਰੀ ਚਮੜੀ ਦੇ ਲੋਕਾਂ ਦਾ ਰਾਜ ਆ ਜਾਵੇ। ਉਹਨਾਂ ਦਾ ਮਤਲਬ ਸੀ ਕਿ ਕੰਮ ਜਾਰੀ ਰੱਖਿਆ ਜਾਵੇ। ਅਸੀਂ ਉਸ ਸਪਿਰਿਟ ਨੂੰ ਅੱਗੇ ਲਿਜਾਣ ਲਈ ਕੀ ਕੀਤਾ? ਕੀ ਕੁਛ ਕੀਤਾ, ਜਾਂ ਸਿਰਫ ਉਹਨਾਂ ਦੇ ਗੋਗੇ ਗਾਏ ਗਏ ਬੈਠੇ ਆਪਾਂ? ਜੇ ਗਦਰੀ ਕਿਤੇ ਸਬਬ ਨਾਲ ਅਵਤਾਰ ਲੈ ਕੇ ਆ ਜਾਣ ਤੇ ਮੇਰਾ ਖਿਆਲ ਉਹ ਨਿਰਾਸ਼ ਹੀ ਹੋਣਗੇ ਜੀ ਕਿ ਤਾਂ ਉੱਥੇ ਹੀ ਵੱਜੇ ਪਏ ਆ, ਅਗਾਂਹ ਤੇ ਤੁਰੇ ਹੀ ਨਹੀਂ। ਇੰਨਾ ਕੁਝ ਜ਼ੁਲਮੋ ਸਿਤਮ ਹੋ ਰਿਹਾ, ਉਹਦੇ ਬਾਰੇ ਕਦੇ ਬੋਲੇ ਵੀ ਨਹੀਂ। ਸੋ ਕਿਸੇ ਨੇ ਟੋਰੀਆਂ ਨਾਲ ਜੱਫੀਆਂ ਪਾਈਆਂ ਹੋਈਆਂ। ਤੁਸੀਂ ਵੇਖੋ ਗੁਰਦੇਵ ਸਿੰਘ ਦੇ ਪਰਿਵਾਰ 'ਚੋਂ ਇੱਕ ਕੋਈ ਵਿਅਕਤੀ ਇੱਥੇ ਆਇਆ, ਬਾਅਦ 'ਚ ਮੈਨੂੰ ਪਤਾ ਲੱਗਾ ਕਿ ਟੋਰੀ ਪਾਰਟੀ ਨਾਲ ਤੁਰਿਆ ਫਿਰਦਾ ਸੀ। ਹੁਣ ਕੀ ਮਤਲਬ ਉਸ ਗੱਲ ਦਾ ਕਿ ਗੁਰਦੇਵ ਸਿੰਘ ਨੂੰ ਜਿਹੜੀ ਸੋਚ ਨੇ ਉੱਥੋਂ ਕੱਢਿਆ, ਜਿਹੜੇ ਜਹਾਜ਼ ਨੂੰ, ਉਸੇ ਪਾਰਟੀ ਨਾਲ ਤੁਸੀਂ ਸਾਂਝ ਭਿਆਲੀ ਪਾ ਰਹੀ ਆਪਣੀ। ਇਹ ਕਿੱਥੋਂ ਦਾ ਇਨਸਾਫ ਸੀ? ਇਸੇ ਤਰ੍ਹਾਂ ਕਾਮਾਗਾਟਾ ਮਾਰੂ ਦੀ ਮਾਫੀ ਮੰਗਵਾਉਣ ਵਾਲੇ ਵਿੱਚੋਂ ਇੱਕ ਗਰੁੱਪ ਉਹ ਵੀ ਸੀ ਜਿਹੜਾ ਕਹਿੰਦਾ ਅਸੀਂ ਡਾਕ ਟਿਕਟ ਜਾਰੀ ਕਰਵਾਈ ਆ। ਟੋਰੀਆਂ ਨਾਲ ਜੱਫੀਆਂ ਤੁਸੀਂ ਪਾਈਆਂ ਹੋਈਆਂ, ਫਿਰ ਡਾਕ ਟਿਕਟ ਦਾ ਅਸੀਂ ਕੀ ਕਰੀਏ? ਸੋਵੀਨਰ ਕੱਢਿਆ ਆਪਣਾ, ਸੋਵੀਨਰ ਕੱਢਿਆ, ਤੇ ਉਹਨਾਂ ਵਿੱਚੋਂ ਸੱਜਣ ਨੇ ਮੈਨੂੰ ਕਿਹਾ ਕਿ ਆਪਣਾ ਇੱਕ ਆਰਟੀਕਲ ਲਿਖ ਕੇ ਸਾਨੂੰ ਭੇਜੋ। ਅੱਛਾ ਜੀ। ਇਹ ਕਾਮਾਗਾਟਾ ਮਾਰੂ ਦੀ ਸ਼ਤਾਬਦੀ ਵਰ੍ਹੇ ਦੀ ਮੈਂ ਗੱਲ ਕਰ ਰਿਹਾ। ਇਹ ਕਿਸੇ ਆਰਗੇਨਾਈਜੇਸ਼ਨ ਨੇ 2014 ਦੀ ਗੱਲ ਕਰਦਾ ਜੀ। ਨਾਲ ਉਹਦੇ ਇੱਕ ਹੋਰ ਵੀ ਬੜੇ ਵੱਡੇ ਬੁੱਧੀਜੀਵੀ ਤੁਰੇ ਫਿਰਦੇ ਸੀਗੇ ਜਿਹੜੇ ਟੀਵੀ ਪ੍ਰੋਗਰਾਮ ਵੀ ਕਰਦੇ ਨੇ, ਤਾਰਾ ਸਿੰਘ ਹੇਰ ਦੇ ਨਾਲ ਵੀ ਜੁੜੇ ਹੋਏ ਨੇ ਜੀ, ਉਹ ਵੀ ਨਾਲ ਸੀ ਜੀ। ਉਚੇਜ ਨਾਲ ਉਹਨਾਂ ਨੇ ਕਿਹਾ ਆਪਣਾ ਆਰਟੀਕਲ ਭੇਜੋ ਜੀ। ਮੈਂ ਉਹਨਾਂ ਨੂੰ ਬੇਨਤੀ ਕੀਤੀ ਕਿ ਮੇਰੇ ਕੋਲ ਵਕਤ ਨਹੀਂ ਹੈ, ਜੇ ਤੁਸੀਂ ਮਾਈਂਡ ਨਹੀਂ ਕਰਦੇ ਮੈਂ ਪਹਿਲਾਂ ਤੋਂ ਛਪਿਆ ਹੋਇਆ ਆਰਟੀਕਲ ਭੇਜ ਦੇਣਾ ਜਿਹੜਾ ਜਾਰਜੀਆ ਸਟੇਟ ਨੇ ਪ੍ਰਕਾਸ਼ਿਤ ਕੀਤਾ ਸੀ। ਉਸ 'ਚ ਉਹ ਮੰਨ ਗਏ ਤੇ ਮੈਂ ਸੋਧ ਕਰਕੇ ਭੇਜਦਾ, ਕਿਉਂਕਿ ਉਸ ਆਰਟੀਕਲ ਦੇ ਵਿੱਚ ਜਿਹੜੀ ਭਾਰਤੀ ਜਨਤਾ ਪਾਰਟੀ ਸਰਕਾਰ ਦੀ ਨੀਤੀਆਂ ਦੀ ਆਲੋਚਨਾ ਸੀ, ਟੋਰੀ ਸਰਕਾਰ ਦੀ ਆਲੋਚਨਾ ਕੀਤੀ ਹੋਈ ਸੀ। ਉਹਨਾਂ ਨੇ ਉਹ ਛਾਪਿਆ ਨਹੀਂ ਜੀ, ਔਰ ਬਾਅਦ 'ਚ ਬੀਜੇਪੀ ਦੇ ਇੱਕ ਲੀਡਰ ਤੋਂ ਰਿਲੀਜ਼ ਕਰਵਾਇਆ। ਸੋ ਇਹ ਤਾਂ ਇਹਨਾਂ ਦੇ ਕੰਮ ਨੇ। ਔਰ ਜਦੋਂ ਪੁੱਛਿਆ ਉਹਦਾ ਜਵਾਬ ਦੇਣ ਦੀ ਥਾਂ ਤੇ ਕਹਿੰਦੇ ਕਿ ਤੁਸੀਂ ਇਤਰਾਜ਼ ਤਾਂ ਕਰ ਰਹੇ, ਤੁਹਾਡਾ ਆਰਟੀਕਲ ਨਹੀਂ ਲੱਗਾ। ਮੈਂ ਕਿਹਾ ਇਸ ਗੱਲ ਦਾ ਕੋਈ ਇਤਰਾਜ਼ ਨਹੀਂਗਾ। ਜਾਰਜੀਆ ਸਟੇਟ ਤੋਂ ਵੱਡਾ ਅਦਾਰਾ ਕਿਹੜਾ ਹੋ ਸਕਦਾ ਜਿਹਨੇ ਮੇਰਾ ਆਰਟੀਕਲ ਛਾਪਤਾ ਸੀ? ਮੈਨੂੰ ਕੋਈ ਲਾਲਸਾ ਸੀ ਕਿ ਮੈਂ ਤੁਹਾਡੇ ਸੋਵੀਨਰ 'ਚ ਛਾਪਾਂ? ਪਰ ਤੁਸੀਂ ਆਪ ਮੰਗਿਆ, ਤੁਹਾਡੇ ਮੰਗੇ ਤੇ ਮੈਂ ਭੇਜਿਆ, ਤੁਸੀਂ ਚੁੱਪ ਕਰ ਗਏ। ਬਾਅਦ 'ਚ ਤੁਸੀਂ ਕਿਸੇ ਤੋਂ ਰਿਲੀਜ਼ ਕਰਾਓ ਬੀਜੇਪੀ ਵਾਲੇ ਤੋਂ, ਤੇ ਮੇਰੇ ਮਨ 'ਚ ਸ਼ੰਕਾਵਾਂ ਤੇ ਉੱਠਣੇ ਸੀਗੇ ਨਾ, ਇਸ ਦਾ ਜਵਾਬ ਤੁਹਾਨੂੰ ਦੇਣਾ ਹੀ ਪੈਣਾ। ਸੋ ਇਹ ਮੈਂ ਗੱਲਾਂ ਤਾਂ ਦੱਸ ਰਿਹਾ ਮਜਬੂਰੀ 'ਚ ਆ ਕੇ ਕਿ ਲੋਕਾਂ ਨੂੰ ਪਤਾ ਲੱਗੇ ਕਿ ਇਹ ਕਰਦੇ ਕੀ ਨੇ। ਦੋਗਲਾ ਕਿਰਦਾਰ ਜਿਹੜਾ ਨੀਤੀ ਆ। ਪਰ ਹੈਰਾਨੀ ਵਾਲੀ ਗੱਲ ਹੈ ਕਿ ਜਿਸ ਨੇ ਫਾਸ਼ੀਵਾਦ ਨੂੰ ਪੂਰੀ ਤਰ੍ਹਾਂ ਹਵਾ ਦਿੱਤੀ, ਉੱਥੋਂ ਤੁਸੀਂ ਰਿਲੀਜ਼ ਕਰਾ ਰਹੇ ਹੋ। ਤੇ ਮੈਨੂੰ ਲੱਗਦਾ ਚੰਗਾ ਹੀ ਹੋਇਆ ਕਿ ਤੁਹਾਡਾ ਆਰਟੀਕਲ ਉਹਦੇ 'ਚ ਨਹੀਂ। ਮੈਂ ਬੜਾ ਖੁਸ਼ ਹਾਂ। ਇਹ ਨਮੋਸ਼ੀ ਵਾਲੀ ਗੱਲ ਸੀ ਕਿ ਇਹੋ ਜਿਹੇ ਮਤਲਬ ਸੋ ਕਾਲਡ ਕਾਰਕਮਲਾਂ ਤੋਂ ਰਿਲੀਜ਼ ਕਰਾਇਆ ਗਿਆ ਜਿਹੜੇ ਕਾਰਕਮਲ ਖੂਨ ਨਾਲ ਲਿਬੜੇ ਹੋਣ, ਤਾਂ ਵਧੀਆ ਨਹੀਂ ਹੋਇਆ ਜੀ। ਇੱਕ ਤਰੀਕੇ ਨਾਲ ਚੰਗਾ ਹੀ ਹੋਇਆ ਬਿਲਕੁਲ। ਪਰ ਇਹ ਕਿ ਲੋਕ ਇਹਨਾਂ ਨੂੰ ਪੁੱਛਣ ਕਿ ਤੁਸੀਂ ਕਰਦੇ ਕੀ ਫਿਰਦੇ ਹੋ ਉੱਥੇ। ਕਾਮਾਗਾਟਾ ਮਾਰੂ ਦੇ ਨਾਂ ਤੇ ਮੇਲੇ ਲਾ ਕੇ ਟਪੂਸੀਆਂ ਮਾਰਨ ਨਾਲ ਗੱਲ ਨਹੀਂ ਬਣਦੀ। ਕਾਮਾਗਾਟਾ ਮਾਰੂ ਦੇ ਲਈ ਜਿਹੜੇ ਸੰਘਰਸ਼ ਜਿਹਨਾਂ ਨੇ ਵੱਢਿਆ ਉਹਨਾਂ ਦੀ ਸੋਚ ਤੇ ਪਹਿਰਾ ਵੀ ਦਿਓ ਜੀ। ਇਹ ਸਮੇਂ ਦੀ ਲੋੜ ਆ। ਅੱਜ 23 ਤਰੀਕ ਨੂੰ ਵੀ ਵੱਖ-ਵੱਖ ਤਰ੍ਹਾਂ ਛੋਟੇ-ਮੋਟੇ ਪੱਧਰ ਤੇ ਆਪੋ ਆਪਣੇ ਢੰਗ ਨਾਲ ਕਾਮਾਗਾਟਾ ਮਾਰੂ ਦੀ ਗੱਲ ਹੁੰਦੀ ਹੈ, ਪਰ ਮੌਜੂਦਾ ਸਮੇਂ ਜਿਹੜੇ ਸੰਕਟ ਹੈ ਉਹਨਾਂ ਦੀ ਗੱਲ ਬਹੁਤ ਥੋੜ੍ਹੀ ਹੋ ਰਹੀ ਹੈ। ਫਿਰ ਵੈਨਕੂਵਰ ਦੇ ਵਿੱਚ ਵੀ ਮੈਂ ਦੇਖਿਆ ਕਿ ਨੈਸ਼ਨਲ ਲੈਵਲ ਤੇ ਅਪੋਲੋਜੀ ਹੋ ਗਈ, ਪਰ ਵੈਨਕੂਵਰ ਸਿਟੀ ਕੌਂਸਲ ਦੇ ਵਿੱਚ ਮਾਫੀ ਵੀ ਮੰਗਾਈ ਗਈ ਤੇ ਉਹ ਮਤਾ ਲਿਆਂਦਾ ਗਿਆ, ਉਹ ਮਤਾ ਪਾਸ ਵੀ ਹੋ ਗਿਆ। ਪਰ ਉਹ ਮਤਾ ਪਾਸ ਹੋ ਜਾਣਾ ਜਿਹੜਾ ਕਿ ਪਹਿਲਾਂ ਹੀ ਨੈਸ਼ਨਲ ਲੈਵਲ ਤੇ ਪਾਸ ਹੋ ਚੁੱਕਿਆ, ਜਿਹੜੀ ਕਿ ਦੇਸ਼ ਦੀ ਸਰਕਾਰ ਹੀ ਮੰਗ ਚੁੱਕੀ ਹੈ, ਉਹਦੇ ਨਾਲ ਕਿੱਡੀ ਕੁ ਵੱਡੀ ਫੀਤੀ ਲੱਗਣੀ ਸੀ। ਚਾਹੀਦਾ ਤਾਂ ਇਹ ਹੈ ਕਿ ਹੁਣ ਜੋ ਜ਼ਿਆਦਤੀਆਂ ਹੋ ਰਹੀਆਂ ਇਹਨਾਂ ਦੇ ਖਿਲਾਫ ਮਤੇ ਪਾਸ ਹੋਣ।
ਦੇਖੋ ਜੀ, ਵੈਨਕੂਵਰ ਦੇ ਵਿੱਚ ਹੀ ਜੀਨ ਸਵਾਨਸਨ ਨੇ ਮਤਾ ਲਿਆਂਦਾ ਸੀ ਕਾਮਾਗਾਟਾ ਮਾਰੂ ਦਾ, ਜਿਹੜਾ ਸਰਬਸੰਮਤੀ ਨਾਲ ਪਾਸ ਹੋਇਆ। ਜੀ। ਮੈਂ ਜੀਨ ਸਵਾਨਸਨ ਦੀ ਇਮਾਨਦਾਰੀ ਤੇ ਦ੍ਰਿੜਤਾ ਤੇ ਸ਼ੱਕ ਨਹੀਂ ਕਰਦਾ, ਕਿਉਂਕਿ ਉਸ ਔਰਤ ਨੇ, ਬਜ਼ੁਰਗ ਔਰਤ ਹੈ, 26 ਜਨਵਰੀ ਨੂੰ ਜਿਹੜੀ ਕੌਂਸਲੇਟ ਦੇ ਬਾਹਰ, ਇੰਡੀਅਨ ਕੌਂਸਲੇਟ ਦੇ ਬਾਹਰ ਰੈਲੀ ਹੋਈ ਸੀਏ ਦੇ ਖਿਲਾਫ, ਉੱਥੇ ਵੀ ਆ ਕੇ ਡਟ ਕੇ ਬੋਲੀ। ਉਹਨੂੰ ਅਸੀਂ ਬੇਨਤੀ ਕੀਤੀ ਸੀ, ਉਹ ਸਾਡੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਸੀਏ ਦੇ ਖਿਲਾਫ ਇੱਕ ਮਤਾ ਵੈਨਕੂਵਰ ਦੇ ਵਿੱਚ ਰੱਖਿਆ ਸੀ ਉਸਨੇ, ਸਿਟੀ ਕੌਂਸਲ ਦੇ ਵਿੱਚ। ਪਰ ਅਫਸੋਸ ਦੀ ਗੱਲ ਕਿ ਇੱਕ ਵੀ ਕੌਂਸਲਰ ਉਹਦੇ ਨਾਲ ਨਹੀਂ ਖੜਾ ਹੋਇਆ। ਉਲਟ ਗੱਲ, ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਵਾਲਿਆਂ ਨੇ ਵਿੱਚ ਫਾਨਾ ਉਡਾਇਆ ਆਪਣਾ, ਔਰ ਇਸ ਮਤੇ ਦਾ ਵਿਰੋਧ ਕੀਤਾ ਮੋਦੀ ਸਰਕਾਰ ਨੂੰ ਖੁਸ਼ ਕਰਨ ਦੇ ਵਾਸਤੇ। ਅਖੀਰ ਉਹ ਬੀਬੀ ਨੂੰ ਆਪਣਾ ਮਤਾ ਵਾਪਸ ਲੈਣਾ ਪਿਆ। ਇਸ ਤੋਂ ਵੱਡੀ ਸ਼ਰਮ ਦੀ ਗੱਲ ਹੋਰ ਕਿਹੜੀ ਹੋ ਸਕਦੀ। ਔਰ ਬਾਅਦ 'ਚ ਇਹੀ ਦੋਗਲੇ ਲੋਕ, ਜਦੋਂ ਕਾਮਾਗਾਟਾ ਮਾਰੂ ਦਾ ਮਤਾ ਸਰਬਸੰਮਤੀ ਨਾਲ ਪਾਸ ਹੋ ਗਿਆ, ਉਦੋਂ ਉਹਨਾਂ ਨੇ ਭੰਗੜੇ ਪਾਏ, ਬਾਗੀਆਂ ਪਾਈਆਂ, ਵਾਹ ਜੀ ਵਾਹ, ਬੜਾ ਕਮਾਲ ਹੋ ਗਿਆ। ਇਹ ਵੈਸੇ ਬਾਗੀਆਂ ਪਾਉਣ ਵਾਲੀ ਗੱਲ ਨਹੀਂ ਸੀ, ਸ਼ਰਮ ਨਾਲ ਡੁੱਬ ਕੇ ਮਰਨ ਵਾਲੀ ਗੱਲ ਸੀ ਜੀ। ਕਿ ਸੀਏ ਦੇ ਖਿਲਾਫ ਮਤਾ ਜਦੋਂ ਆਇਆ, ਤੁਸੀਂ ਉਸ ਦਾ ਵਿਰੋਧ ਵੀ ਕਰੋ ਔਰ ਉਹ ਪਾਸ ਵੀ ਨਾ ਹੋਵੇ, ਕਿਉਂਕਿ ਸਮੇਂ ਦੀ ਸਰਕਾਰ ਨਾਲ ਤੁਸੀਂ ਮੱਥਾ ਨਹੀਂ ਲਾ ਸਕਦੇ। ਤੇ 100 ਵਰੇ ਪੁਰਾਣੀ ਗੱਲ ਦੀ ਮਾਫੀ ਦਾ ਕੋਈ ਮਤਲਬ ਨਹੀਂ, ਜਿਹੜੀ ਪਹਿਲਾਂ ਹੀ ਪਾਰਲੀਮੈਂਟ 'ਚ ਮੰਗੀ ਜਾ ਚੁੱਕੀ ਹੈ। ਸੋ ਜਿਹੜੇ ਲੋਕ ਹੁਣ ਵੀ ਸਿਆਸਤ ਕਰ ਰਹੇ ਨੇ, ਇੱਥੇ ਕਿਸੇ ਗਲੀ ਕੂਚੇ ਦਾ ਨਾਂ ਕਾਮਾਗਾਟਾ ਮਾਰੂ ਦੇ ਨਾਂ 'ਤੇ ਰਖਾ ਦਿੱਤਾ, ਉਹ 'ਤੇ ਬਾਗੀਆਂ ਪਾ ਲਈਆਂ। ਮੇਰੇ ਖਿਆਲ ਬਹੁਤ ਹੋ ਚੁੱਕਿਆ ਕਾਮਾਗਾਟਾ ਮਾਰੂ ਬਾਰੇ, ਜਿੰਨਾ ਹੋਣਾ ਸੀ ਹੋ ਗਿਆ। ਹੁਣ ਅਗਾਂਹ ਅੱਜ ਕੀ ਹੋ ਰਿਹਾ ਉਸ ਦੇ ਬਾਰੇ ਸੋਚੋ। ਇੱਕ ਮੈਂ ਚੀਜ਼ ਸੋਚ ਰਿਹਾ ਸੀ ਕਿ ਅਸੀਂ ਇਸ ਗੱਲ ਨੂੰ ਸਮਝੀਏ ਕਿ ਇਹ ਸਾਰੀਆਂ ਚੀਜ਼ਾਂ ਦੇ ਨਾਲ ਇੱਕ ਇਤਿਹਾਸਕ ਪ੍ਰਸੰਗ ਹੁੰਦਾ ਹੈ। ਸਾਡੀਆਂ ਬਹੁਤ ਸਾਰੀਆਂ ਜਨਰੇਸ਼ਨ ਜਿਹੜੀਆਂ ਨੇ, ਨੌਜਵਾਨ ਪੀੜ੍ਹੀ ਹੈ, ਯੂਨੀਵਰਸਿਟੀਆਂ ਕਾਲਜਾਂ 'ਚ ਪੜ੍ਹਦੀ ਹੈ, ਉਹਨਾਂ ਦੇ ਸਿਲੇਬਸ ਦੇ ਵਿੱਚ ਇਹ ਇਤਿਹਾਸ ਪੜ੍ਹਾਇਆ ਜਾਵੇ, ਇੱਥੇ ਵੀ ਅਤੇ ਖਾਸ ਤੌਰ 'ਤੇ ਆਪਣੇ ਦੇਸ਼ ਦੇ ਵਿੱਚ, ਭਾਰਤ ਦੇ ਵਿੱਚ ਅਤੇ ਪੰਜਾਬ ਦੇ ਵਿੱਚ ਵੀ। ਪਰ ਉਹਨੂੰ ਵੀ ਦੋ ਹਿੱਸਿਆਂ 'ਚ ਕਿਉਂ ਨਾ ਪੜ੍ਹਾਇਆ ਜਾਵੇ। ਇੱਕ ਤਾਂ ਉਹ ਕਿ ਉਸ ਵੇਲੇ ਜਿਹੜਾ ਨਸਲਵਾਦ ਸੀ, ਉਸ ਦੇ ਖਿਲਾਫ ਸਾਡੇ ਬਜ਼ੁਰਗ ਲੜੇ, ਜਿਹਨਾਂ 'ਤੇ ਮਾਣ ਮਹਿਸੂਸ ਹੁੰਦਾ, ਕਿਉਂਕਿ ਇਤਿਹਾਸ ਪੜ੍ਹਾਇਆ ਹੀ ਨਹੀਂ ਜਾਂਦਾ। ਅਜੇ ਵੀ ਇਹ ਗੱਲ ਦਾ ਦੁੱਖ ਹੈ ਕਿ ਉਹਨਾਂ ਨੂੰ, ਯੋਧਿਆਂ ਨੂੰ, ਮਾਨਤਾ ਪ੍ਰੋਪਰ ਨਹੀਂ ਮਿਲੀ। ਪਰ ਦੂਸਰੇ ਪਾਸੇ ਇਹ ਇਤਿਹਾਸ ਪੜ੍ਹਾਉਣ ਦੇ ਨਾਲ ਨਾਲ ਮੌਜੂਦਾ ਸਮੇਂ, ਜਿਹੜਾ ਅੱਜ ਦੇ ਸਮੇਂ ਤਰਾਸਦੀ ਚੱਲ ਰਹੀ ਹੈ, ਉਸ ਨੂੰ ਵੀ ਜ਼ਾਹਰ ਕੀਤਾ ਜਾਏ। ਬਿਲਕੁਲ, ਇਸ ਦੀ ਤਾਂ ਲੋੜ ਹਮੇਸ਼ਾ ਰਹੂਗੀ ਜੀ। ਇਹਦੀ ਲੋੜ ਤਾਂ ਹਮੇਸ਼ਾ ਰਹੂਗੀ, ਕਿ ਸਕੂਲੀ ਇਤਿਹਾਸ ਦੇ ਵਿੱਚ ਆਪਣੀਆਂ ਕੁਝ ਦਿੱਕਤਾਂ ਨੇ, ਚੌਕਟੇ ਪਹਿਲਾਂ ਦੇ ਬਣੇ ਹੁੰਦੇ ਆ, ਕਿੰਨੇ ਸਮੇਂ ਤੱਕ ਪੜ੍ਹਾਇਆ ਜਾ ਸਕਦਾ। ਪਰ ਇਹ ਗੱਲ ਬਿਲਕੁਲ ਤੁਹਾਡੀ ਸਹੀ ਹੈ ਗੁਰਵਿੰਦਰ ਸਿੰਘ ਜੀ। ਮੈਂ ਨਿੱਜੀ ਤੌਰ 'ਤੇ ਮਹਿਸੂਸ ਕਰਦਾ ਕਿ ਜਦੋਂ ਅਜੋਕੇ ਸਮੇਂ ਦੇ ਲੀਡਰਾਂ ਦੀ ਗੱਲਬਾਤ ਬੱਚਿਆਂ ਨੂੰ ਪੜ੍ਹਾਈਆਂ ਜਾਂਦੀਆਂ, ਤਾਂ ਕੁਝ ਅਟਲ ਸੱਚਾਈਆਂ ਜਾਂ ਕੌੜੀ ਸੱਚਾਈਆਂ ਬਾਰੇ ਵੀ ਉਹਨਾਂ ਨੂੰ ਜਾਣੂ ਕਰਵਾਉਣ ਵਾਸਤੇ ਕੋਈ ਨਾ ਕੋਈ ਰਾਹ ਕੱਢਣੇ ਜ਼ਰੂਰੀ ਹੈ, ਤਾਂ ਜੋ ਉਹਨਾਂ ਦੇ ਵਿੱਚ ਇੱਕ ਆਲੋਚਨਾਤਮਕ ਦ੍ਰਿਸ਼ਟੀਕੋਣ ਪੈਦਾ ਹੋ ਸਕੇ। ਹੁਣ ਹੋ ਕੀ ਰਿਹਾ ਕਿ ਅਸੀਂ ਉਹਨਾਂ ਨੂੰ ਝੂਠੀਆਂ ਸਾਖੀਆਂ ਬਣਾ ਕੇ ਪੇਸ਼ ਕਰ ਰਹੇ ਲੀਡਰਾਂ ਦੀਆਂ ਜੀ। ਪਹਿਲੀ ਗੱਲ ਤਾਂ ਉਹ 'ਚ ਪੂਰਨ ਸੱਚ ਕਦੇ ਹੁੰਦਾ ਨਹੀਂਗਾ ਜੀ। ਜੇ ਰਾਜੀਵ ਗਾਂਧੀ ਦੀ ਮਿਸਾਲ ਲੈ ਲਈਏ, ਫੋਰ ਐਗਜ਼ਾਮਪਲ, ਜਿਹੜਾ ਚੱਲ ਵਸਿਆ, ਇੰਦਰਾ ਗਾਂਧੀ ਦੀ ਮਿਸਾਲ ਲੈ ਲਈਏ, ਇਹ ਤਾਂ ਪੜ੍ਹਾਇਆ ਜਾਊਗਾ ਕਿ ਵੀ ਉਹਨਾਂ ਨੇ ਆਹ ਕੀਤਾ, ਉਹਨਾਂ ਨੇ ਆਹ ਕੀਤਾ, ਜਿਹੜਾ ਭਾਰਤ ਨੂੰ ਕਿਹੜੀਆਂ ਲੀਹਾਂ 'ਤੇ ਲੈ ਗਏ, ਸਾਇੰਟੀਫਿਕ ਵਿਗਿਆਨ ਨੇ ਕਿਵੇਂ ਤਰੱਕੀ ਕੀਤੀ ਆ, ਜਾਂ ਕਿਹੜੇ ਉਹਨਾਂ ਨੇ ਨਵੇਂ ਪ੍ਰੋਜੈਕਟ ਸਾਰੇ। ਜਿਹੜਾ ਬਾਕੀ ਦਾ ਪੱਖ ਹੈ, ਮਨੁੱਖੀ ਹੱਕਾਂ ਦੇ ਮਾਮਲੇ 'ਚ ਕੀ ਕਰਦੇ ਰਹੇ, ਐਮਰਜੈਂਸੀ ਦਾ ਕਿਵੇਂ ਉਹਨਾਂ ਨੇ ਕਿਵੇਂ ਲਾਗੂ ਕੀਤੀ, ਉਹ ਤਾਂ ਸਕੂਲਾਂ ਦੇ ਵਿੱਚ ਨਹੀਂ ਪੜ੍ਹਾਇਆ ਜਾਊਗਾ, ਉਸ ਮੇਨ ਸਟਰੀਮ ਸਕੂਲ ਟੈਕਸਟ ਬੁੱਕ ਦੇ ਵਿੱਚ। ਸੋ ਕਿਧਰੇ ਨਾ ਕਿਧਰੇ ਉਹ ਜਿਹੜਾ ਇੱਕ ਕ੍ਰਿਟੀਕਲ ਥਾਟ ਆ ਬੱਚਿਆਂ ਲਈ, ਉਹ ਬਹੁਤ ਜ਼ਰੂਰੀ ਹੈ ਜੀ। ਸੋ ਜਦੋਂ ਅਸੀਂ ਕਹਿੰਦੇ ਨਾ ਬਾਬਾਨੀਆਂ ਕਹਾਣੀਆਂ ਪੁੱਤ ਸਪੋਰਟ ਕਰਨ, ਉਹਦਾ ਮਤਲਬ ਇਹ ਨਹੀਂ ਕਿ ਇਹ ਛੂਟ ਹਰ ਇੱਕ ਨੂੰ ਦੇ ਦਈਏ। ਜਿਹੜੇ ਦੁਨਿਆਵੀ ਲੀਡਰ ਨੇ ਜਿਹੜੇ ਆਏ ਇੱਥੇ, ਜਿਹੜੇ ਮਤਲਬ ਇਲੈਕਸ਼ਨਾਂ ਲੜ ਕੇ ਲੀਡਰ ਬਣੇ ਆ, ਇਲੈਕਸ਼ਨ ਲੜਨ ਦਾ ਮਤਲਬ ਇਹ ਤਾਂ ਹੋ ਨਹੀਂ ਸਕਦਾ ਨਾ ਕਿ ਅਸੀਂ ਇਹ ਮੰਨ ਲਈ ਕਿ ਉਹ ਬਿਲਕੁਲ ਹੀ ਸਾਰਾ ਕੁਝ ਹੀ ਸਾਫ਼ ਹੋ ਗਿਆ, ਉਹਨਾਂ ਦਾ ਬਿਲਕੁਲ ਹੀ ਜਿਹੜਾ ਮਾੜਾ ਪੱਖ ਸੀ ਉਸ ਤੋਂ ਲੁਕੋ ਲਿਆ ਜਾਵੇ। ਸੋ ਇਹ ਜਿਹੜਾ ਲਿਹਾਜ਼ ਪਾਲਣ ਵਾਲਾ ਇੱਕ ਸਿਲਸਿਲਾ ਹੈ, ਇਸ ਨੂੰ ਬਦਲਣ ਦੀ ਲੋੜ ਆ। ਜੇ ਤੁਹਾਨੂੰ ਲੱਗਦਾ ਕਿ ਤੁਹਾਡੀ ਕੋਈ ਸੀਮਤਾਈਆਂ ਨੇ ਸਕੂਲ ਟੈਕਸਟ ਦੇ ਵਿੱਚ, ਤੁਸੀਂ ਕਈ ਚੀਜ਼ਾਂ ਨਹੀਂ ਕਰ ਸਕਦੇ ਕਿਸੇ ਕਾਰਨ ਕਰਕੇ ਵੀ, ਤਕਨੀਕੀ ਕਾਰਨ ਕਰਕੇ ਵੀ, ਤਾਂ ਰਾਹ ਕੱਢ ਲਓ। ਜੇ ਮੈਂ ਜਦੋਂ 14 ਵਰ੍ਹਿਆਂ ਦਾ ਸੀਗਾ ਤੇ ਸੈਂਟਰ ਸਕੂਲ ਅੰਮ੍ਰਿਤਸਰ ਮੈਂ ਪੜ੍ਹਦਾ ਸੀ, ਸਰਕਾਰੀ ਸਕੂਲ ਸੀ, ਉਦੋਂ ਸੀਗੀ ਕਾਂਗਰਸੀ ਸਰਕਾਰ। ਲਾਇਬ੍ਰੇਰੀ ਵਿੱਚ ਨਥੂਰਾਮ ਗੋਡਸੇ ਦੀ ਕਿਤਾਬ ਵੀ ਉਪਲਬਧ ਸੀਗੀ ਕਿ ਮੈਂ ਗਾਂਧੀ ਨੂੰ ਕਿਉਂ ਮਾਰਿਆ। ਮੈਂ ਇਸ ਗੱਲ ਨੂੰ ਤਾਂ ਕਰਕੇ ਕਹਿ ਰਿਹਾ ਕਿ ਮੈਂ ਇਸ ਗੱਲ ਦੇ 'ਚ ਨਹੀਂ ਜਾਣਾ ਚਾਹੁੰਦਾ ਉਹ ਸਹੀ ਸੀ, ਗੱਲ ਸੀ, ਪਰ ਮੈਂ ਇਹ ਦੱਸਣਾ ਚਾਹੁੰਦਾ ਕਿ ਉਹ ਕਿਤਾਬ ਦਾ ਉਸ ਲਾਇਬ੍ਰੇਰੀ 'ਚ ਹੋਣਾ, ਇੱਕ ਪਾਸੇ ਉਸ ਸਕੂਲ 'ਚ ਤੁਸੀਂ ਗਾਂਧੀ ਨੂੰ ਫਾਦਰ ਆਫ ਦ ਨੇਸ਼ਨ ਦੱਸੋ, ਅਤੇ ਗਾਂਧੀ ਦੇ ਕਸੀਦੇ ਪੜ੍ਹੇ ਜਾਣ, ਗਾਂਧੀ ਦੇ ਬਾਰੇ ਕਿਤਾਬਾਂ 'ਚ ਪੜ੍ਹਾਇਆ ਜਾਵੇ ਕਿ ਬੜਾ ਮਹਾਨ ਨੇਤਾ ਸੀ, ਦੂਜੇ ਪਾਸੇ ਉਸਦੀ ਹਥਿਆਰੇ ਦੀ ਕਿਤਾਬ ਲਾਇਬ੍ਰੇਰੀ 'ਚ ਉਪਲਬਧ ਹੋਵੇ। ਇਹਦਾ ਮਤਲਬ ਇੱਕ ਸਕੂਲ ਸਿਸਟਮ ਵਿੱਚ ਇੱਕ ਗੁੰਜਾਇਸ਼ ਅਸੀਂ ਦੇ ਰਹੇ ਹਾਂ ਕਿ ਤੁਸੀਂ ਇੱਕ ਆਲਟਰਨੇਟਿਵ ਜਾਂ ਬਦਲਵਾਂ ਦ੍ਰਿਸ਼ਟੀਕੋਣ ਵੀ ਅਪਣਾ ਸਕੋ। ਸੋ ਕੋਈ ਨਾ ਕੋਈ ਤਰੀਕਾ ਕੱਢਿਆ ਜਾ ਸਕਦਾ। ਤੁਸੀਂ ਬੇਸ਼ੱਕ ਨਰਿੰਦਰ ਮੋਦੀ ਬਾਰੇ ਸਕੂਲ 'ਚ ਦੱਸਣਾ ਬੱਚਿਆਂ ਨੂੰ ਕਿ ਉਹ ਪ੍ਰਧਾਨ ਮੰਤਰੀ ਨੇ, ਕਿੰਨਵੇਂ ਪ੍ਰਧਾਨ ਮੰਤਰੀ ਨੇ, ਕੀ ਉਹਨਾਂ ਦਾ ਬਾਇਓਡਾਟਾ ਰਿਹਾ, ਪਰ ਸਾਨੂੰ ਵੀ ਪਤਾ ਇਸ ਗੱਲ ਦਾ, ਅਸੀਂ ਨਿਆਣੇ ਤਾਂ ਹੈ ਨਹੀਂ ਕਿ ਉਹ ਤਾਂ ਦੱਸਣ ਤੋਂ ਰਹੇ ਕਿ 2002 'ਚ ਇਹਨਾਂ ਨੇ ਕੀ ਕੀਤਾ ਸੀਗਾ, ਜਾਂ ਕਿਸ ਕਿਸਮ ਦੀ ਸੋਚ ਤੋਂ ਆਏ, RSS ਦਾ ਕੀ ਏਜੰਡਾ ਆ। ਉਲਟਾ RSS ਨੂੰ ਵਡਿਆਉਣ ਦੀ ਗੱਲ ਤਾਂ ਉੱਥੇ ਹੋਏਗੀ,
ਪਰ ਘੱਟੋ ਘੱਟ ਲਾਇਬ੍ਰੇਰੀ ਵਿੱਚ ਇਹ ਕਿਤਾਬਾਂ ਸਭ ਤਰ੍ਹਾਂ ਦੀ ਉਪਲਬਧ ਹੋਣ ਤਾਂ ਜੋ ਬੱਚੇ ਆਪਣਾ ਨਿਰਣਾ ਆਪ ਕਰ ਸਕਣ ਕਿ ਉਹਨੂੰ ਪੜ੍ਹਨ ਤੋਂ ਬਾਅਦ। ਇਸ ਤਰ੍ਹਾਂ ਦਾ ਮਾਹੌਲ ਚਾਹੀਦਾ, ਡੈਮੋਕ੍ਰੈਟਿਕ ਮਾਹੌਲ। ਔਰ ਕੈਨੇਡਾ 'ਚ ਮੈਂ ਵੇਖਦਾ ਕਿ ਇਸ ਤਰ੍ਹਾਂ ਦੀ ਗੁੰਜਾਇਸ਼ ਹੈ ਜੀ। ਸਕੂਲਾਂ ਦੇ ਵਿੱਚ ਵੀ, ਲਾਇਬ੍ਰੇਰੀਆਂ ਵਿੱਚ ਵੀ ਕਿਤਾਬਾਂ ਉਪਲਬਧ ਨੇ ਜੀ, ਜਿਹੜੀਆਂ ਮੂਲ ਵਾਸੀਆਂ ਬਾਰੇ ਜਾਂ ਘੱਟ ਗਿਣਤੀਆਂ ਬਾਰੇ ਜਿਹੜਾ ਦ੍ਰਿਸ਼ਟੀਕੋਣ ਹੈ, ਜਿਹੜਾ ਮੁੱਖ ਧਾਰਾ ਤੋਂ ਹਟ ਕੇ ਆ, ਉਸ ਨੂੰ ਪੇਸ਼ ਕਰਨ ਲਈ ਗੁੰਜਾਇਸ਼ ਰੱਖੀ ਗਈ ਹੈ। ਉਹੋ ਜਿਹੀ ਗੁੰਜਾਇਸ਼ ਦੀ ਲੋੜ ਹੈ। ਅੱਜ ਬੜੀ ਇੰਟਰਸਟਿੰਗ ਗੱਲ ਜਿਹੜੀ ਕਿ ਅਸੀਂ ਇਤਿਹਾਸ ਦੇ ਪੱਖੋਂ ਵੀ ਗੱਲ ਕੀਤੀ ਹੈ ਕਿ ਕਾਮਾਗਾਟਾ ਮਾਰੂ ਦਾ ਇਤਿਹਾਸ ਜੇ ਪੜ੍ਹਾਇਆ ਜਾਵੇ ਇੱਥੇ ਵੀ ਤੇ ਉੱਥੇ ਵੀ, ਉਹਦੇ ਵਿੱਚ ਜਿਹੜਾ ਨਵਾਂ ਨੁਕਤਾ ਜਿਹੜਾ ਆਪਾਂ ਹੁਣ ਸਾਂਝਾ ਕੀਤਾ ਉਹ ਹੈ ਕਿ ਰਾਜਨੀਤਿਕ ਤੌਰ ਤੇ ਜਿਹੜੇ ਪ੍ਰਤਿਸ਼ਠਿਤ ਵਿਅਕਤੀ ਆ ਉਹਨਾਂ ਦੇ ਬਾਰੇ ਪਹੁੰਚ ਕਿਵੇਂ, ਪੜ੍ਹਾਇਆ ਕਿਵੇਂ ਜਾਂਦਾ। ਹੁਣ ਮੈਂ ਇਹ ਵੀ ਹੈਰਾਨੀ ਵਾਲੀ ਗੱਲ ਹੈ ਕਿ ਆਪਣੇ ਸਕੂਲਾਂ ਦੇ ਸਮੇਂ ਨੂੰ ਯਾਦ ਕਰੀਏ, ਇਹ ਦੇਖਦਾ ਕਿ ਚਾਹੇ ਉਦੋਂ ਕਾਂਗਰਸ ਦੀ ਸਰਕਾਰ ਸੀ, ਚਾਹੇ ਬਦਲਵੀਂ ਹੋਰ ਸਰਕਾਰ ਸੀ, ਪਰ ਜਿਹੜੇ ਰਹਿ ਚੁੱਕੇ ਵੱਡੇ ਲੀਡਰ ਆ, ਚਾਹੇ ਸਰਕਾਰਾਂ ਬਦਲ ਜਾਣ ਪਰ ਉਹਨਾਂ ਦੇ ਪਾਠ ਪੁਸਤਕਾਂ ਦੇ ਵਿੱਚ ਉਹਨਾਂ ਨੂੰ ਚੰਗਾ ਹੀ ਸਾਬਤ ਕੀਤਾ ਜਾਂਦਾ, ਉਹਨਾਂ ਤੇ ਉਂਗਲੀ ਨਹੀਂ ਚੱਕੀ ਜਾਂਦੀ। ਇੰਦਰਾ ਗਾਂਧੀ ਦੀ ਚਾਹੇ ਬੀਜੇਪੀ ਸਰਕਾਰ ਵੀ ਆ ਜਾਏ, ਕਿਸੇ ਸਕੂਲ ਪਾਠ ਪੁਸਤਕ ਦੇ ਵਿੱਚ ਇਹ ਨਹੀਂ ਲਿਖਿਆ ਹੋਏਗਾ ਕਿ ਉਸਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਜਾਂ ਉਸਨੇ ਐਡਾ ਕੁਝ ਕੀਤਾ ਜਾਂ ਐਮਰਜੈਂਸੀ ਦੇ ਵਿੱਚ ਹੱਕ ਖੋਏ ਗਏ। ਇਸੇ ਤਰੀਕੇ ਨਾਲ ਅੱਜ ਮੋਦੀ ਹੈ, ਕੱਲ੍ਹ ਨੂੰ ਕੋਈ ਹੋਰ ਆ ਜਾਏ, ਉਹ ਨਹੀਂ ਪੜ੍ਹਾਇਆ ਜਾਏਗਾ ਕਿ ਗੁਜਰਾਤ ਦੇ ਵਿੱਚ ਜੋ ਕਤਲੇਆਮ ਹੋਇਆ ਜਾਂ ਬਾਅਦ ਦੇ ਵਿੱਚ ਜੋ ਫਾਸ਼ੀਵਾਦ ਹੋਇਆ। ਇਹਦਾ ਮਤਲਬ ਇਹ ਹੈ ਕਿ ਇਹ ਸਾਰੀ ਇੱਕੋ ਹੀ ਥੈਲੀ ਦੇ ਚੱਟੇ ਬੱਟੇ ਨੇ। ਸਟੇਟ ਨੂੰ ਰਿਪਰੈਜ਼ੈਂਟ ਕਰਦੇ ਨਾ ਬੇਸਿਕਲੀ। ਸਟੇਟ ਤਾਂ ਚਾਹੂਗਾ ਨਹੀਂ ਕਿ ਇਹੋ ਜਿਹੀ ਕੋਈ ਜਿਹੜੀ ਕ੍ਰਿਟੀਕਲ ਸੋਚ ਪੈਦਾ ਹੋਵੇ ਜਾਂ ਪਣਪੇ, ਉਹ ਉੱਥੇ ਹੀ ਸਾਡੀ ਲੜਾਈ ਹੈ। ਸੋ ਅਧਿਆਪਕਾਂ ਦਾ ਬਹੁਤ ਵੱਡਾ ਰੋਲ ਹੈ ਕਿ ਉਹ ਆਪਣਾ ਤਰੀਕਾ ਕੱਢਣਗੇ, ਕਿਸ ਤਰੀਕੇ ਨਾਲ ਕਲਾਸਾਂ ਵਿੱਚ ਗੋਸ਼ਟੀਆਂ ਕਰਾਈਆਂ ਜਾ ਸਕਦੀਆਂ, ਡਿਬੇਟਸ ਕਰਵਾਈਆਂ ਜਾ ਸਕਦੀਆਂ। ਜੇ ਬੱਚੇ ਡਿਸਐਗਰੀ ਕਰਦੇ ਉਹਨਾਂ ਨੂੰ ਆਪਣੀ ਗੱਲ ਖੁੱਲ੍ਹ ਕੇ ਕਹਿਣ ਦਿੱਤੀ ਜਾਵੇ। ਪਰ ਜਿਸ ਕਿਸਮ ਦਾ ਮਾਹੌਲ ਹੁਣ ਬਣ ਰਿਹਾ, ਇਸ ਕਿਸਮ ਦੀ ਉਮੀਦ ਬਹੁਤ ਘੱਟ ਕੀਤੀ ਜਾ ਸਕਦੀ ਹੈ ਕਿ ਉਹ ਲੱਗਦਾ ਕਿ ਹੁਣ ਡਿਬੇਟ ਦੀ ਜਾਂ ਸੰਵਾਦ ਦੀ ਕੋਈ ਗੁੰਜਾਇਸ਼ ਨਹੀਂ ਹੈ। ਸੋ ਘੜਿਆ ਘੜਾਇਆ ਇੱਕ ਸਿਲੇਬਸ ਦੇ ਦਿੱਤਾ ਜਾਊਗਾ ਨਿਆਣਿਆਂ ਨੂੰ ਹਮੇਸ਼ਾ ਹੀ, ਜੋ ਪਹਿਲਾਂ ਦਿੱਤਾ ਜਾਂਦਾ ਰਿਹਾ, ਉਹਨੂੰ ਘੋਟ ਕੇ ਪੀ ਜਾਓ ਤੇ ਉਹਦੇ ਯਥਾਰਥ ਮੰਨ ਲਓ, ਜਦੋਂ ਕਿ ਅਸਲੀ ਗੱਲ ਹੈ ਕਿ ਨਾ ਤਾਂ ਉਹ ਯਥਾਰਥ ਹੈ ਤੇ ਨਾ ਯਥਾਰਥ ਪੜ੍ਹਾਇਆ ਜਾ ਰਿਹਾ। ਯਥਾਰਥ ਅਗਰ ਨੌਜਵਾਨਾਂ ਨੇ ਅੱਗੇ ਜਾ ਕੇ ਆਪ ਲੱਭਣਾ, ਪਰ ਲੱਭਣ ਵਾਸਤੇ ਜੇ ਸਕੂਲ ਘੱਟੋ ਘੱਟ ਇੰਨੀ ਸਪੇਸ ਦੇ ਦੇਣ ਕਿ ਲਾਇਬ੍ਰੇਰੀਆਂ ਵਿੱਚ ਕਿਤਾਬਾਂ ਹਰ ਤਰ੍ਹਾਂ ਦੀ ਉਪਲਬਧ ਹੋਣ, ਜਾਂ ਅਧਿਆਪਕਾਂ ਨੂੰ ਇੰਨੀ ਸਪੇਸ ਦੇਣ ਕਿ ਉਹ ਆਪਣੇ ਕਲਾਸ ਰੂਮ ਤੋਂ ਬਾਹਰ ਵੀ ਕੋਈ ਇਸ ਕਿਸਮ ਦੇ ਸੰਵਾਦ ਰਚਾ ਸਕਣ, ਤਾਂ ਜਾ ਕੇ ਸ਼ਾਇਦ ਸੁਸਾਇਟੀ ਕਿਸੇ ਸਹੀ ਪਾਸੇ ਜਾ ਸਕੇ। ਬਿਲਕੁਲ ਸਹੀ ਹੈ। ਪਰ ਅਫਸੋਸ ਦੀ ਗੱਲ ਕਿ ਇਹਦਾ ਨਹੀਂ ਹੋ ਰਿਹਾ ਜੀ। ਸੋ ਇੱਥੋਂ ਤੱਕ ਕਿ ਜਦੋਂ ਤੁਸੀਂ ਵੇਖੋ, ਜਦੋਂ ਅਸੀਂ ਥੋੜ੍ਹੀ ਜਿਹੀ ਮੈਂ ਖੁੱਲ੍ਹ ਲੈ ਕੇ ਗੱਲ ਕਹੂੰਗਾ ਕਿ ਰਮਾਇਣ ਦੀ ਗੱਲ ਵੀ ਕਰ ਲਈਏ। ਹਾਂਜੀ, ਰਮਾਇਣ ਦੇ ਵੀ ਕਈ ਹੋਰ ਪਹਿਲੂ ਵੀ ਨੇ। ਇੱਕ ਤਾਂ ਮੇਨ ਸਟ੍ਰੀਮ ਦਾ ਪਹਿਲੂ ਹੈ ਕਿ ਠੀਕ ਹੈ, ਜਿਹਨੂੰ ਕਿਹਾ ਜਾਂਦਾ ਕਿ ਜੀ ਬਦੀ ਉੱਤੇ ਜਿਹੜੀ ਹੈ ਨੇਕੀ ਦੀ ਜਿੱਤ ਜੀ, ਪਰ ਨੇਕੀ ਤੇ ਬਦੀ ਕੌਣ ਤੈਅ ਕਰੂਗਾ? ਨੇਕੀ ਤੇ ਬਦੀ ਦੀ ਸੀਮਾਵਾਂ ਕੌਣ ਤੈਅ ਕਰੂਗਾ? ਕੀ ਸੱਚਮੁੱਚ ਅਸੀਂ ਉਸ 'ਚ ਇਨਸਾਫ ਕਰ ਰਹੇ ਹਾਂ? ਜੀ ਜੀ। ਉਸ ਨਾਲ ਜਿਹੜੇ ਜੁੜੇ ਹੋਏ ਹੋਰ ਪਹਿਲੂ ਨੇ ਕਿ ਕਿਸ ਤਰ੍ਹਾਂ ਸ਼ੰਭੂਕ ਦਾ ਕਤਲ ਹੋਇਆ, ਜਾਂ ਕਿਸ ਤਰ੍ਹਾਂ ਰਾਵਣ ਦੀ ਲੰਕਾ ਦੇ ਵਿੱਚ ਕੁਝ ਇਹੋ ਜਿਹੇ ਆਦਰਸ਼ਕ ਗੱਲਾਂ ਵੀ ਉਸਨੇ ਕੀਤੀਆਂ ਸੀਗੀਆਂ, ਉਸ 'ਤੇ ਕੌਣ ਉਂਗਲ ਰੱਖੂਗਾ? ਜੀ ਜੀ। ਸੋ ਮੈਨੂੰ ਲੱਗਦਾ ਕਿ ਡਿਬੇਟ ਦੀ ਲੋੜ ਸਦਾ ਹੀ ਰਹੂਗੀ। ਆ ਵਾਲੀ ਤੁਸੀਂ ਦੇਖੋ, ਮੈਂ ਦੇਖਦਾ ਸੀ ਰਾਮ ਬੋਲਾ, ਜੋ ਕਿ ਬਾਅਦ 'ਚ ਤੁਲਸੀਦਾਸ ਨਾਂ ਪ੍ਰਚਲਿਤ ਹੋਇਆ। ਗੋਸਵਾਮੀ ਤੁਲਸੀਦਾਸ ਜਦੋਂ ਇਹ ਗੱਲ ਲਿਖਦੇ ਨੇ ਕਿ ਢੋਲ ਗਵਾਰ ਸ਼ੂਦਰ ਪਸ਼ੂ ਨਾਰੀ, ਜੇ ਸਭ ਤਾੜਨ ਕੇ ਅਧਿਕਾਰੀ। ਅਸੀਂ ਅਕਸਰ ਦੇਖਦੇ ਹਾਂ ਕਿ ਇੱਕ ਸਮਾਂ ਜਦੋਂ ਅਸੀਂ ਮਨੂਵਾਦੀ ਸਮ੍ਰਿਤੀ ਜਾਂ ਸੋਚ ਉਸ ਦੇ ਵਰਗ ਵੰਡ ਦੇ, ਜਾਤ ਪਾਤ ਦੇ ਖਿਲਾਫ ਚੱਲਦੇ ਹਾਂ, ਔਰਤ ਜਿਸ ਨੂੰ ਦੱਬੀ ਕੁਚਲੀ ਸਮਝਿਆ ਜਾਂਦਾ ਹੈ ਉਸ ਨੂੰ ਬਰਾਬਰ ਚੁੱਕਣ ਦੀ ਗੱਲ ਕਰਦੇ ਹਾਂ, ਗਵਾਰ ਜਿਸ ਨੂੰ ਕਿਹਾ ਜਾਂਦਾ ਹੈ ਉਸ ਨੂੰ ਕਹਿੰਦੇ ਹਿੱਕ ਨਾਲ ਲਾਓ, ਨੀਚਾ ਅੰਦਰ ਨੀਚ ਜਾਤ ਨੀਚੀ ਹੂੰ ਅਤ ਜੀਤ, ਨਾਨਕ ਤਿਨ ਕੇ ਸੰਗ ਸਾਥ ਵੱਡਿਆਂ ਸੋ ਕਿਆ ਰੀਤ। ਪਸ਼ੂ ਜਿਹੜਾ ਹੈ ਉਸ ਨਾਲ ਵੀ ਵਿਤਕਰਾ ਕਿਉਂ ਹੋਵੇ, ਉਹ ਵੀ ਇੱਕ ਜੀਵ ਹੈ। ਤੇ ਨਾਰੀ ਦੇ ਨਾਲ ਸ਼ੂਦਰ, ਬਕਾਇਦਾ ਸ਼ੂਦਰ ਦਾ ਨਾਂ ਲਿਖ ਕੇ ਤਾੜਨ ਕੇ ਅਧਿਕਾਰੀ ਕਿਵੇਂ ਹੋ ਗਏ? ਇਹ ਗੱਲ ਤਾਂ ਸਵਾਲ ਖੜੇ ਕਰਦੀ ਹੈ। ਸਵਾਲ ਖੜੇ ਕਰਨ ਦੀ ਸਮਰੱਥਾ ਜਿਹੜੀ ਹੈ ਉਹ ਹੋਣੀ ਚਾਹੀਦੀ ਲੋਕਾਂ ਦੇ ਵਿੱਚ, ਔਰ ਸਵਾਲ ਖੜੇ ਹੋਣੇ ਵੀ ਚਾਹੀਦੇ। ਤਾਂ ਹੀ ਮੈਂ ਕਹਿੰਦਾ ਕਿ ਕੋਈ ਨਾ ਕੋਈ ਡਿਬੇਟ ਦਾ ਰਸਤਾ ਹੋਵੇ। ਸੋ ਨਿਰਾਪੁਰਾ ਇਹ ਨਹੀਂ ਕਿ ਇੱਕ ਕੱਚਾ ਜਿਹਾ ਗਿਆਨ ਦੇ ਦਿਓ ਜਾਂ ਅੱਧ ਪਚੱਧ ਗੱਲ ਦੱਸ ਦਿਓ ਜੀ, ਔਰ ਉਸ ਨੂੰ ਲੋਕ ਸੱਚਾਈ ਮੰਨ ਲੈਣ, ਘੋਟ ਕੇ ਪੀ ਜਾਣ, ਔਰ ਉਹਨਾਂ ਦੀ ਸਾਰੀ ਜ਼ਿੰਦਗੀ ਦਾ ਯਥਾਰਥ ਬਣ ਜਾਵੇ। ਇਹ ਤਾਂ ਸੋਚ ਬਹੁਤ ਭਿਆਨਕ ਹੈ। ਸੋ ਤੁਸੀਂ ਮਤਲਬ ਆਉਂਦੇ ਸਮੇਂ ਲਈ ਜਨਰੇਸ਼ਨ ਨੂੰ ਪੂਰੀ ਨੂੰ ਇੱਕ ਵੱਡੀ ਸੱਚਾਈ ਤੋਂ ਜਿਹੜਾ ਲੁਕੋ ਕੇ ਵਾਂਝੇ ਰੱਖ ਕੇ ਉਹਨਾਂ ਨੂੰ ਇੱਕ ਘੜਿਆ ਘੜਾਇਆ ਜਿਹੜਾ ਆਪਣਾ ਅਖੌਤੀ ਸੱਚ ਦੇ ਰਹੇ ਹੋ, ਤਾਂ ਜੋ ਮਤਲਬ ਸੁੰਨ ਹੋ ਕੇ ਬੈਠਾ ਰਹੇ, ਜਾਂ ਇੱਕ ਜਿਹੜੀ ਯਥਾ ਸਥਿਤੀ ਬਣੀ ਹੋਈ ਹੈ ਉਸ ਨੂੰ ਕਿੰਤੂ ਨਾ ਕਰ ਸਕੇ। ਸਮੱਸਿਆ ਉੱਥੇ ਖੜੀ ਸਾਰੀ ਆ ਬਈ। ਸੋ ਅਧਿਆਪਕਾਂ ਦਾ ਫਰਜ਼ ਬਣਦਾ ਕਿ ਇਸ ਦੇ ਲਈ ਕੋਈ ਰਾਹ ਕੱਢਣ। ਫਿਲਹਾਲ ਤਾਂ ਜਿਹੜੇ ਹਾਲਾਤ ਬਣੇ ਹੋਏ ਆ, ਇਸ ਵੇਲੇ ਤਾਂ ਲੱਗਦਾ ਕਿ ਕੰਮ ਬਿਲਕੁਲ ਪੁੱਠਾ ਹੀ ਹੋ ਰਿਹਾ ਸਾਰਾ, ਬਿਲਕੁਲ ਉਲਟਾ ਜਾ ਰਿਹਾ। ਸੋ ਉਮੀਦ ਤਾਂ ਬੜੀ ਹੈ ਨਹੀਂ, ਵਿਗੜ ਰਿਹਾ, ਹੋਰ ਵੀ ਵਿਗੜ ਰਿਹਾ। ਜਿੱਥੋਂ ਤੱਕ ਕਾਮਾਗਾਟਾ ਮਾਰੂ ਦੇ ਮੁਸਾਫਰਾਂ ਦੇ ਵਿੱਚ ਵੀ ਅਸੀਂ ਦੇਖਦੇ ਹਾਂ ਤਾਂ ਇਹਦੇ 'ਚ ਕੋਈ ਮੰਨਣ 'ਚ ਕਿਸੇ ਨੂੰ ਸ਼ੱਕ ਨਹੀਂ ਹੋਣਾ ਚਾਹੀਦਾ, ਤੇ ਖੁੱਲ੍ਹ ਦਿਲੀ ਵੀ ਰੱਖਣੀ ਚਾਹੀਦੀ ਹੈ ਕਿ 340 ਮੁਸਾਫਰ ਉਹਨਾਂ 'ਚੋਂ ਸਿੱਖ ਸਨ, 24 ਮੁਸਾਫਰ ਮੁਸਲਿਮ ਸਨ, 12 ਹਿੰਦੂ ਸਨ। ਕੁੱਲ ਮਿਲਾ ਕੇ ਜਿਹੜੇ 376 ਮੁਸਾਫਰ ਸਨ।
ਪਰ ਉਸ ਦੇ ਵਿੱਚ ਬਾਬਾ ਗੁਰਦਿੱਤ ਸਿੰਘ ਹੋਰਾਂ ਨੇ ਜਿਸ ਤਰ੍ਹਾਂ ਉਸ ਦੀ ਬਣਤਰ ਰੱਖੀ, ਉੱਥੇ ਗੁਰੂ ਗ੍ਰੰਥ ਸਾਹਿਬ ਦਾ ਵੀ ਪ੍ਰਕਾਸ਼ ਸੀ, ਢਾਡੀ ਰੋਜ਼ ਲੱਗਦੇ ਸਨ। ਫਿਰ ਜਿਹੜੇ ਹਿੰਦੂ ਆ ਉਹਨਾਂ ਨੂੰ ਆਪਣੀ ਪੂਜਾ ਪਾਠ ਦਾ, ਅਤੇ ਮੁਸਲਿਮ ਉਹਨਾਂ ਨੂੰ ਆਪਣੀ ਧਾਰਮਿਕ ਜਾਂ ਜਿਨ੍ਹਾਂ ਦਾ ਧਰਮ 'ਚ ਵਿਸ਼ਵਾਸ ਨਹੀਂ ਵੀ, ਉਹਨਾਂ ਨੂੰ ਆਪਣਾ ਆਪਣਾ ਹੱਕ ਸੀ। ਅਸੀਂ ਉਹ ਇੱਕ ਜਹਾਜ਼ ਨੂੰ ਪ੍ਰਤੀਕ ਮੰਨ ਕੇ ਤਾਂ ਦੇਖ ਰਹੇ ਹਾਂ, ਪਰ ਇੱਕ ਦੇਸ਼ ਨੂੰ ਅੱਜ ਪ੍ਰਤੀਕ ਮੰਨ ਕੇ ਉੱਥੇ ਜਿਹੜੀਆਂ ਸਮੱਸਿਆਵਾਂ ਖੜੀਆਂ ਹੋ ਰਹੀਆਂ, ਫਿਰ ਮੈਨੂੰ ਨਹੀਂ ਲੱਗਦਾ ਕਿ ਉਹਨਾਂ ਲੋਕਾਂ ਨੂੰ ਹੱਕ ਹੈ ਕਿ ਕਾਮਾਗਾਟਾ ਮਾਰੂ ਦਾ ਦਿਨ ਮਨਾਉਣਾ ਜਾਂ ਉਹਨਾਂ ਦੀਆਂ ਗੱਲਾਂ ਕਰਨੀਆਂ। ਜੇਕਰ ਉਸ ਜਿਹੜਾ ਜਹਾਜ਼ ਦੇ, ਗੁਰੂ ਨਾਨਕ ਜਹਾਜ਼ ਦੇ ਮੁਸਾਫਰਾਂ ਦੀ ਸਾਂਝ ਦੇਖੀਏ ਅਤੇ ਅੱਜ ਜੋ ਮੌਜੂਦਾ ਸਮੇਂ ਹਾਲਾਤ ਦੇਖੀਏ, ਤਾਂ ਉਹ ਵੀ ਬਹੁਤ ਵੱਡਾ ਫਰਕ ਪੈਦਾ ਕਰਦੇ ਨੇ। ਬਹੁਤ ਵੱਡਾ ਫਰਕ ਹੈ ਜੀ, ਬਹੁਤ ਵੱਡਾ ਫਰਕ ਹੈ। ਕਾਮਾਗਾਟਾ ਮਾਰੂ ਦੇ ਵਿੱਚ ਜਿਹੜਾ ਗੁਰਦਿੱਤ ਸਿੰਘ ਦਾ ਰੋਲ ਸੀਗਾ, ਉਹ ਸਾਨੂੰ ਸਭ ਕੁਝ ਸਿਖਾ ਦਿੰਦਾ। ਉਹਨਾਂ ਨੇ ਤਾਂ ਸਾਰੇ ਧਰਮਾਂ ਦੇ ਲੋਕਾਂ ਨੂੰ ਇੱਕੋ ਥਾਂ 'ਤੇ ਬਰਾਬਰ ਥਾਂ ਦੇਣ ਦੀ ਗੱਲ ਕੀਤੀ। ਅਤੇ ਅੱਜ ਉਹਨਾਂ ਦੇ ਮੁਲਕ 'ਚ ਕੀ ਹੋ ਰਿਹਾ, ਇੱਕੋ ਰੰਗ 'ਚ ਸਾਰੇ ਮੁਲਕ ਨੂੰ ਰੰਗਣ ਦੀਆਂ ਗੱਲਾਂ, ਇੱਕੋ ਧਰਮ ਨੂੰ ਸਾਰਾ ਮੁਲਕ ਮੰਨਣ ਲੱਗ ਪਵੇ, ਇੱਕੋ ਧਰਮ ਦਾ ਬੋਲਬਾਲਾ ਹੋਵੇ, ਇੱਕੋ ਧਰਮ ਦੀ ਹੈਂਕੜ ਹੋਵੇ, ਦਬਦਬਾ ਹੋਵੇ। ਇਹ ਗੱਲ ਠੀਕ ਨਹੀਂ, ਉਸ ਸੋਚ ਤੋਂ ਬਿਲਕੁਲ ਉਲਟ। ਮੈਂ ਵੇਖਦਾ ਸੀ ਕਿ ਪਿੱਛੇ ਜੇ ਇੱਕ ਬਹੁਤ ਡਰਾਮਾ ਕੀਤਾ ਇੰਡੀਅਨ ਕੌਂਸਲੇਟ ਦੇ ਅਧਿਕਾਰੀਆਂ ਨੇ, ਜਿਹੜਾ ਕਾਮਾਗਾਟਾ ਮਾਰੂ ਦੀ ਯਾਦਗਾਰ ਬਣੀ ਹੈ ਹਾਰਬਰ ਸੈਂਟਰ। ਹਾਂਜੀ। ਹਾਲਾਂਕਿ ਉਹ ਕੌਂਸਲੇਟ ਤੋਂ ਥੋੜ੍ਹੀ ਦੂਰੀ 'ਤੇ ਹੈ ਜੀ। ਉੱਥੇ ਕਿੱਥੇ ਜਿਹੜੀ ਯਾਦਗਾਰ ਹੈ, ਜਿੱਥੇ ਨਾਂ ਉਕਰੇ ਹੋਏ ਸਾਰਿਆਂ ਦੇ, ਵੱਖਰੇ ਵੱਖਰੇ ਫਿਰਕਿਆਂ ਦੇ ਲੋਕ ਨੇ, ਇਕੱਲੇ ਸਿੱਖ ਨਾਂ ਨਹੀਂ, ਮੁਸਲਮਾਨ ਵੀ ਨੇ, ਹਿੰਦੂ ਵੀ ਨੇ, ਉੱਥੇ ਬਿੱਠਾਂ ਡਿੱਗ ਪਈਆਂ। ਬਿੱਠਾਂ ਨੂੰ ਲੈ ਕੇ ਬਹੁਤ ਤਕਲੀਫ ਹੋਈ ਇੰਡੀਅਨ ਕੌਂਸਲੇਟ ਦੇ ਅਧਿਕਾਰੀਆਂ ਨੂੰ। ਕੋਈ ਮੰਤਰੀ ਸੰਤਰੀ ਵੀ ਆਏ, ਉਹ ਵੀ ਬਹੁਤ ਪਿੱਟੇ ਕਿ ਸਫਾਈ ਦਾ ਖਿਆਲ ਰੱਖਿਆ ਜਾਵੇ। ਪਹਿਲਾਂ ਤੁਸੀਂ ਆਪਣਾ ਮੁਲਕ ਤਾਂ ਸਾਫ਼ ਕਰ ਲਓ। ਮੁਲਕ ਵਿੱਚ ਜੋ ਗੰਦ ਤੁਸੀਂ ਘੋਲ ਰਹੇ ਹੋ, ਤੁਹਾਡੀ ਸਰਕਾਰਾਂ ਘੋਲ ਰਹੀਆਂ ਧਰਮ ਦੇ ਨਾਂ 'ਤੇ, ਔਰ ਜਿਹੜਾ ਘੱਟ ਗਿਣਤੀ ਦੇ ਹੱਕਾਂ 'ਤੇ ਛਾਪੇ ਮਾਰੇ ਜਾ ਰਹੇ ਆ। ਕਾਮਾਗਾਟਾ ਮਾਰੂ ਤੋਂ ਵੀ ਦੇ ਲਈ ਜਿਹੜਾ ਕਾਰਨ ਬਣਿਆ ਕਾਨੂੰਨ ਸੀਗਾ, ਉਸ ਤੋਂ ਵੀ ਭੈੜਾ ਕਾਨੂੰਨ ਤੁਸੀਂ ਲੈ ਕੇ ਆ ਰਹੇ ਹੋ। ਪਹਿਲਾਂ ਇਹਨੂੰ ਤਾਂ ਆਪਣੇ ਦਾ ਮਨ ਤੋਂ ਸਾਫ਼ ਕਰੋ। ਮਨ ਤੁਹਾਡੇ ਜਿਹੜੇ ਆ ਸਾਫ਼ ਹੈ ਨਹੀਂ, ਅਤੇ ਤੁਹਾਨੂੰ ਇਹ ਬਿੱਠਾਂ ਬਹੁਤ ਪਰੇਸ਼ਾਨ ਕਰ ਰਹੀਆਂ। ਸੋ ਜਿਹੜੇ ਤੁਹਾਡੇ ਆਪਣੇ ਦਿਮਾਗਾਂ ਵਿੱਚ ਜਿਹੜਾ ਜ਼ਹਿਰ ਵੜਿਆ ਹੋਇਆ, ਪਹਿਲਾਂ ਉਸ ਨੂੰ ਕਲੀਅਰ ਕਰੋ, ਫਿਰ ਤੁਹਾਨੂੰ ਮੈਨੂੰ ਲੱਗਦਾ ਕਾਮਾਗਾਟਾ ਮਾਰੂ ਦੀ ਗੱਲ ਕਰਨ ਦਾ ਕੋਈ ਹੱਕ ਹੈ। ਕਾਮਾਗਾਟਾ ਮਾਰੂ ਦੀ ਕਹਾਣੀ ਉੱਤੇ ਅੱਜ ਦੇ ਇੰਡੀਅਨ ਸਟੇਟ ਦਾ ਕੋਈ ਦਾਵਾ ਨਹੀਂ ਬਣਦਾ। ਜਿਸ ਕਿਸਮ ਦਾ ਸਟੇਟ ਉਹ ਬਣ ਗਿਆ, ਸੋ ਇਹਨਾਂ ਦਾ ਕੋਈ ਦਾਵਾ ਨਹੀਂ ਬਣਦਾ ਕਾਮਾਗਾਟਾ ਮਾਰੂ 'ਤੇ ਗੱਲ ਕਰਨ ਦਾ। ਕਾਮਾਗਾਟਾ ਮਾਰੂ ਦੇ ਵਰਗਾ ਦੁਖਾਂਤ ਤੁਸੀਂ ਦੁਹਰਾ ਰਹੇ ਹੋ ਉੱਥੇ ਰੋਜ਼ਾਨਾ। ਬੰਗਲਾਦੇਸ਼ੀਆਂ ਬਾਰੇ ਜਿਹੜੀ ਤੁਸੀਂ ਜ਼ਹਿਰ ਉੱਥੇ ਆਪਣਾ ਫੈਲਾਈ ਇਲੈਕਸ਼ਨਾਂ ਦੌਰਾਨ, ਔਰ ਜਿਹੜਾ ਅਸਾਮ ਵਰਗੇ ਸੂਬੇ 'ਚ ਜਾ ਕੇ ਅਮਿਤ ਸ਼ਾਹ ਵਰਗਾ ਬਿਆਨ ਦਿੰਦਾ ਸੀਗਾ ਕਿ ਕੋਈ ਕਾਂ ਵੀ ਨਹੀਂ ਉੱਡਣ ਦੇਵਾਂਗੇ ਬੰਗਲਾਦੇਸ਼ ਦਾ ਇੱਥੇ। ਇਸ ਕਿਸਮ ਦੀਆਂ ਗੱਲਾਂ, ਮਤਲਬ ਬੇਸਿਕਲੀ ਤੁਸੀਂ ਬੰਗਲਾਦੇਸ਼ ਅਤੇ ਪਾਕਿਸਤਾਨ ਨੂੰ ਟਾਰਗੇਟ ਕਰਨ ਦੀ ਆੜ ਹੇਠਾਂ ਸਥਾਨਕ ਮੁਸਲਮਾਨਾਂ ਨੂੰ ਟਾਰਗੇਟ ਕਰਦੇ ਹੋ। ਇਸ ਕਿਸਮ ਦਾ ਜਿਹੜਾ ਵਰਤਾਰਾ ਤੁਸੀਂ ਉੱਥੇ ਰਚਾ ਰਹੇ ਹੋ, ਇਹਨਾਂ ਦਾ ਕੋਈ ਹੱਕ ਹੀ ਨਹੀਂ ਬਣਦਾ ਕਾਮਾਗਾਟਾ ਮਾਰੂ 'ਤੇ ਗੱਲ ਕਰਨ ਦਾ। ਫਿਰ ਤੁਸੀਂ ਤਾਂ ਆਪਣੇ ਜਿਹੜੇ ਮੁਲਕ ਦੇ ਵਿੱਚ ਜਿਹੜੇ ਉੱਤਰੀ ਪੂਰਬੀ ਰਾਜਸਥਾਨ ਲੋਕ ਬੈਠੇ ਆ, ਜਿਨ੍ਹਾਂ ਦੀ ਨੈਣ ਨਕਸ਼ ਤੁਹਾਡੇ ਨਾਲ ਮੇਲ ਨਹੀਂ ਖਾਂਦੇ, ਤੁਸੀਂ ਇਹਨਾਂ ਨੂੰ ਚੀਨੀ ਸਮਝ ਕੇ ਉਹਨਾਂ ਦੀ ਬੇਇੱਜ਼ਤੀ ਕਰਦੇ ਹੋ ਜੀ। ਇਹ ਹੁੰਦੇ ਕੌਣ ਹੈ ਕਾਮਾਗਾਟਾ ਮਾਰੂ ਦੇ, ਲੱਗਦੇ ਕੀ ਨੇ ਉਸ 'ਤੇ? ਇਹਦੇ ਬਾਰੇ ਹੁਣ ਇਹ ਸੋਚਣ ਤੇ ਇਹਨਾਂ ਦੇ ਦੁਮਛੱਲੇ ਜਿਹੜੇ ਇੱਥੇ ਬੈਠੇ ਆ ਉਹ ਜਵਾਬ ਦੇਣ। ਮੈਨੂੰ ਇੱਕ ਵਾਰ ਇਹ ਮਹਿਸੂਸ ਹੋਇਆ ਕਿ ਜਿਸ ਤਰ੍ਹਾਂ ਕੋਈ ਇਤਿਹਾਸ ਦੀ ਘਟਨਾ ਚੱਕ ਲਈ ਜਾਂਦੀ ਹੈ, ਉਸ ਨੂੰ ਕਵਚ ਬਣਾ ਲਿਆ ਜਾਂਦਾ, ਉਹਦੇ ਅਧੀਨ ਫਿਰ ਆਪਣੀਆਂ ਮਨਮਾਨੀਆਂ ਕੀਤੀਆਂ ਜਾਂਦੀਆਂ ਨੇ। ਮੈਂ ਈਵਨ ਇਹ ਵੀ ਦੇਖਦਾ ਸੀ ਕਿ ਜਿਹੜੇ ਉਸ ਵੇਲੇ ਸਰਬਰਾਹ ਸੀ, ਉਹਨਾਂ ਸਰਬਰਾਹਾਂ ਨੇ ਇਹਨਾਂ ਨੂੰ ਅਸਿੱਖ ਵੀ ਗਰਦਾਨਿਆ। ਉਹਨਾਂ ਸਰਬਰਾਹਾਂ ਨੇ ਗਦਰੀ ਬਾਬਿਆਂ ਦੇ ਖਿਲਾਫ ਵੀ ਇਸ ਤਰ੍ਹਾਂ ਦੇ ਫਰਮਾਨ ਜਾਰੀ ਕੀਤੇ। ਪਰ ਉਸੇ ਹੀ ਕਾਮਾਗਾਟਾ ਮਾਰੂ ਦੇ ਮੁਸਾਫਰਾਂ ਦੇ ਬਾਰੇ ਮਾਸਟਰ ਮੋਤਾ ਸਿੰਘ ਜੀ, ਕਿਸ਼ਨ ਸਿੰਘ ਜੀ ਗੜਗੱਜ ਜਾਂ ਬੱਬਰ ਅਕਾਲੀ ਜਿਹੜੇ ਸਾਰੇ ਇਕੱਠੇ ਹੋਏ, ਥਾਂ ਥਾਂ 'ਤੇ ਉਹਨਾਂ ਨੇ ਸਾਹਿਤਕ, ਸਮਾਜਿਕ, ਧਾਰਮਿਕ ਇਕੱਤਰਤਾਵਾਂ ਕੀਤੀਆਂ। ਆਪਣੇ ਅਖਬਾਰ ਬੱਬਰ ਅਕਾਲੀ ਦੁਆਬਾ ਤੋਂ ਲੈ ਕੇ ਸਾਰਿਆਂ 'ਚ ਪ੍ਰਕਾਸ਼ਿਤ ਕੀਤਾ, ਅਤੇ ਸਿੱਖਾਂ ਨੇ ਸਰਬਸੰਮਤੀ ਨਾਲ ਕਿਹਾ ਕਿ ਇਹੀ ਸੱਚੇ ਸਿੱਖ ਨੇ, ਇਹੀ ਸਾਡੇ ਆਗੂ ਨੇ, ਇਹਨਾਂ ਦਾ ਅਸੀਂ ਸਤਿਕਾਰ ਕਰਨਾ। ਅਤੇ ਜਿਹੜੇ ਉਹ ਫਰਮਾਨ ਹੁਕਮਰਾਨਾਂ ਨੇ ਜਾਰੀ ਕਰਵਾਏ ਸੀ ਸਰਬਰਾਹਾਂ ਕੋਲੋਂ, ਉਹਨਾਂ ਨੂੰ ਸਿੱਖ ਕੌਮ ਨੇ ਰੱਦ ਕੀਤਾ। ਉਸ ਵੇਲੇ ਅਡਵਾਇਰ ਡਾਇਰ ਵਰਗਿਆਂ ਨੂੰ ਰੱਦ ਕੀਤਾ। ਉਸ ਵੇਲੇ ਰਾਜਾ ਜਿਹੜਾ ਸੀ, ਚਾਹੇ ਉਹ ਪਟਿਆਲੇ ਦਾ ਸੀ, ਉਸ ਦੇ ਖਿਲਾਫ ਸਿੱਖ ਕੌਮ ਉੱਠੀ। ਉਸ ਵੇਲੇ ਸੁੰਦਰ ਸਿੰਘ ਮਜੀਠੀਆ ਦੇ ਖਿਲਾਫ ਉੱਠੀ। ਅਤੇ ਇਤਿਹਾਸ 'ਚ ਇਹ ਵੀ ਇੱਕ ਬਹੁਤ ਵੱਡਾ ਜਿਹੜਾ ਇੱਕ ਪਾੜ ਪਾਇਆ ਗਿਆ ਕਿ ਇਹਨਾਂ ਗਦਰੀ ਬਾਬਿਆਂ ਨੂੰ ਕੌਮ ਨੇ ਸਿੱਖ ਨਹੀਂ ਮੰਨਿਆ, ਕੌਮ ਨੇ ਜਿਹੜਾ ਹੈ ਉਹਨਾਂ ਨੂੰ ਆਪਣੇ ਆਗੂ ਨਹੀਂ ਮੰਨਿਆ। ਇਹ ਗਲਤ ਹੈ। ਇਹ ਉਸੇ ਵੇਲੇ ਕਰੈਕਸ਼ਨ ਕੀਤੀ ਅਸਲ ਲੋਕਾਂ ਨੇ। ਹਕੂਮਤਾਂ ਦਾ ਜ਼ਬਰ ਉਦੋਂ ਵੀ ਸੀ ਅਤੇ ਉਹ ਅੱਜ ਵੀ ਹੈ। ਜਦੋਂ ਲੋਕ ਕਹਿੰਦੇ ਨਾ ਕਿ ਕੌਮ ਨੇ ਐਂ ਕੀਤਾ, ਕੌਮ ਨੇ ਉਹ ਕੀਤਾ, ਉਹ ਧਰੋਹ ਕਰ ਰਹੇ ਨੇ ਗਦਰੀ ਬਾਬੇ ਨਾਲ ਵੀ, ਉਹ ਧਰੋਹ ਕਰ ਰਹੇ ਨੇ ਬੱਬਰ ਅਕਾਲੀਆਂ ਨਾਲ ਵੀ ਜੀ, ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ, ਕਿਉਂਕਿ ਉਹ ਵੀ ਤਾਂ ਸਿੱਖ ਸੀਗੇ ਜੀ। ਉਹ ਤਾਂ ਉਹਨਾਂ ਦੇ ਕਹਿਣ ਦੇ ਅਨੁਸਾਰ ਨਹੀਂ ਸੀ ਕੰਮ ਕਰ ਰਹੇ ਕਿ ਅਕਾਲ ਤਖਤ ਦਾ ਸਰਬਰਾਹ ਕੀ ਕਹਿ ਰਿਹਾ, ਅਰੂੜ ਸਿੰਘ ਕੀ ਕਹਿ ਰਿਹਾ, ਉਹਦੀ ਥੋੜ੍ਹਾ ਨਾ ਸੁਣ ਰਹੇ ਸੀ। ਉਹਨਾਂ ਨੇ ਆਪਣਾ ਰਸਤਾ ਆਪਣਾ ਅੱਡ ਅਖਤਿਆਰ ਕੀਤਾ ਸੀਗਾ। ਲੋਕ ਉਹਨਾਂ ਦੇ ਨਾਲ ਸੀਗੇ, ਅਰੂੜ ਸਿੰਘ ਦੇ ਨਾਲ ਨਹੀਂ ਸੀਗੇ। ਸੋ ਕੌਮ ਵਾਲੀ ਗੱਲ ਜਿਹੜੀ ਕਰਨਾ, ਇਹ ਗੱਲ ਮੈਂ ਕਿਹਾ ਬਹੁਤ ਕੱਚੀਆਂ ਕਿਸਮ ਦੀਆਂ ਗੱਲਾਂ ਨੇ ਆਵਾਂ। ਈਵਨ 1857 ਦੇ ਗਦਰ ਬਾਰੇ ਵੀ ਗੱਲ ਹੁੰਦੀ ਜਦੋਂ, ਤਾਂ ਇਹੀ ਕਿਹਾ ਜਾਂਦਾ ਕਿ ਸਿੱਖਾਂ ਨੇ ਸਾਥ ਨਹੀਂ ਦਿੱਤਾ, ਜਿਹੜੀ ਗੱਲ ਆਪਣੇ ਆਪ 'ਚ ਬੜੀ ਕੱਚੀ ਜੀ ਗੱਲ।
ਸਾਥ ਦੇਣ ਦੀ ਕੋਈ ਗੱਲ ਹੀ ਹੈ ਨਹੀਂ ਉਹਦੇ 'ਚ। ਜੀ, ਗੱਲ ਤਾਂ ਇਹ ਕਿ ਜਿਹੜੇ ਰਾਜੇ ਸੀਗੇ, ਸਿੱਖ ਰਾਜੇ, ਜਿਹੜੇ ਪਟਿਆਲੇ ਦਾ ਰਾਜਾ, ਉਹਦੇ ਸਾਥੀ ਰਾਜੇ, ਉਹ ਨਾਲ ਬ੍ਰਿਟਿਸ਼ ਉਹਨਾਂ ਦੇ ਗਵਰਨਮੈਂਟ ਬ੍ਰਿਟਿਸ਼ ਨਾਲ ਸੀ। ਬਾਕੀ ਜਿਹੜੇ ਸਿੱਖ ਸੀ ਉਹ ਤਾਂ ਪਹਿਲਾਂ ਹੀ ਅਜੇ 49 ਦੇ ਵਿੱਚ ਪੰਜਾਬ ਜਿਹੜਾ ਤਬਾਹ ਕਰਕੇ ਅੰਗਰੇਜ਼ਾਂ ਨੇ ਕਬਜ਼ੇ ਦੇ ਵਿੱਚ ਲਿਆ ਹੋਇਆ ਸੀ, ਜਿਸ ਹਿਸਾਬ ਦਾ। ਔਰ ਬਾਅਦ 'ਚ ਪ੍ਰਜਾ ਮੰਡਲ ਲਹਿਰ ਚੱਲੀ ਹੈ, ਉਹਨਾਂ ਨੇ ਵੀ ਰਾਜਿਆਂ ਦੇ ਖਿਲਾਫ ਆਪਣਾ ਸੰਘਰਸ਼ ਵਿੱਢਿਆ। ਤੇ ਅੱਜ ਵੀ ਸੇਵਾ ਸਿੰਘ ਠੀਕਰੀ ਵਾਲੇ ਦੀ ਗੱਲ ਕਰੀਏ ਤਾਂ ਸਾਡੇ ਸਾਹਮਣੇ ਮਿਸਾਲ ਹੈ, ਬਿਲਕੁਲ, ਜਿਨ੍ਹਾਂ ਦੀ ਵੰਸ਼ ਦੇ ਵਿੱਚੋਂ ਹੀ ਇਹ ਜਗਮੀਤ ਸਿੰਘ ਨੇ ਆ। ਮੈਂ ਉਹੀ ਕਹਿਣ ਦੀ ਕੋਸ਼ਿਸ਼ ਕਰ ਰਿਹਾ ਕਿ ਜਦੋਂ ਇਸ ਤਰ੍ਹਾਂ ਦੀ ਸਵੀਪਿੰਗ ਸਟੇਟਮੈਂਟਾਂ ਦੇਣੀਆਂ ਉਲਾਰ ਹੋ ਕੇ ਕਿ ਕੌਮ ਇੱਦਾਂ ਜਾਂ ਕੌਮ ਉੱਦਾਂ, ਮੇਰਾ ਖਿਆਲ ਉਹ ਬਹੁਤ ਵੱਡੀ ਜ਼ਿਆਦਤੀ ਹੈ। ਜੀ, ਜਿਹੜੇ ਸਰਬਰਾਹ ਜਿਹੜੇ ਸੀਗੇ ਬ੍ਰਿਟਿਸ਼ ਗਵਰਨਮੈਂਟ ਦੇ ਚੰਡੇ ਹੋਏ, ਉਹਨਾਂ ਵਿੱਚ ਤੇ ਜਿਹੜੇ ਸਰਕਾਰੀ ਸਰਬੱਤ ਖਾਲਸੇ ਹੁੰਦੇ ਰਹੇ ਨੇ ਕਾਂਗਰਸੀ ਰਾਜ ਵਿੱਚ, ਬੂਟਾ ਸਿੰਘ ਵਰਗੇ ਕਰਾਉਂਦੇ ਰਹੇ ਨੇ, ਉਸ ਵਿੱਚ ਕੋਈ ਬੜਾ ਅੰਤਰ ਨਹੀਂ ਸੀਗਾ ਜੇ ਕੋਈ ਸਮਝਣਾ ਚਾਹਵੇ ਤਾਂ। ਸੱਚਾਈ ਹੈ ਜੀ। ਗੁਰਪ੍ਰੀਤ ਸਿੰਘ ਜੀ, ਬਹੁਤ ਧੰਨਵਾਦ ਇਸ ਇਤਿਹਾਸਕ ਵਿਸ਼ੇ ਤੇ ਤੁਸੀਂ ਗੱਲਬਾਤ ਕੀਤੀ ਹੈ। ਹਾਰਦਿਕ ਸ਼ੁਕਰੀਆ। ਬਹੁਤ ਸ਼ੁਕਰੀਆ ਜੀ। ਸੋ ਅਖੀਰ ਦੇ ਵਿੱਚ ਜਿਹੜਾ 23 ਜੁਲਾਈ 1914 ਦਾ ਦਿਨ ਇੱਕ ਮਹੱਤਵਪੂਰਨ ਦਿਨ ਹੈ। ਉਸ ਦਿਨ ਤੇ ਵਿਚਾਰਾਂ ਹੋਣੀਆਂ ਇਸ ਲਈ ਸੰਭਵ ਜਾਂ ਚੰਗੀਆਂ ਨੇ ਕਿ ਇਹਨਾਂ ਵਿਚਾਰਾਂ ਦੀ ਰੌਸ਼ਨੀ ਦੇ ਵਿੱਚ ਅਸੀਂ ਕੁਝ ਨਾ ਕੁਝ ਅੱਜ ਕਰ ਸਕੀਏ। ਅੱਜ ਦੇ ਸਮੇਂ ਜੋ ਹਾਲਾਤ ਨੇ, ਉਸ ਵੇਲੇ ਦੇ ਹਾਲਾਤ ਤੋਂ ਸੇਧ ਲੈ ਕੇ ਕਿਵੇਂ ਉਹਨਾਂ ਨੂੰ ਸਵਾਰਨਾ, ਠੀਕ ਕਰਨਾ ਹੈ। ਜੇਕਰ ਕਾਮਾਗਾਟਾ ਮਾਰੂ ਜਹਾਜ਼ ਦੀ ਇਹ ਦਿਵਸ ਜਾਂ ਘੜੀ ਵਰ੍ਹੇਗੰਢ ਮਨਾ ਲਈ, ਪਰ ਅੱਜ ਦੇ ਹਾਲਾਤ ਖਿਲਾਫ ਨਾ ਲੜੇ, ਫਿਰ ਕੋਈ ਫਾਇਦਾ ਨਹੀਂ। ਸੱਚ ਸੁਣਾਏ ਸੀ ਸੱਚ ਕੀ ਬੇਲਾ, ਅੱਜ ਜੋ ਬੋਲਣਾ, ਅੱਜ ਬੋਲਣਾ ਜ਼ਰੂਰੀ ਹੈ। ਅੱਜ ਉਹ ਜਿਹੇ ਕਾਲੇ ਕਾਨੂੰਨ ਜਿਹੜੇ ਨੇ ਉਹਨਾਂ ਖਿਲਾਫ ਲੜਨਾ ਜ਼ਰੂਰੀ ਹੈ। ਇਹੀ ਉਹਨਾਂ ਮੁਸਾਫਰਾਂ ਨੂੰ ਸ਼ਰਧਾਂਜਲੀ ਹੋਏਗੀ, ਤਾਂ ਹੀ ਅਸੀਂ ਉਹਨਾਂ ਦੇ ਵਾਰਸ ਅਖਵਾ ਸਕਦੇ ਹਾਂ। ਵਰਨਾ ਵੇਲਾ ਜਿਆਣ ਵਰਗੇ ਜਾਂ ਹਪਕਿੰਸਨ ਵਰਗੇ ਜਿਹੜੇ ਤਾਕਤਵਰ ਸਨ, ਉਹਨਾਂ ਲੋਕਾਂ ਦੀ ਹੀ ਕਥਨ ਤੇ ਕਹਾਣੀ ਹੋਏਗੀ। ਸੋ ਅੱਜ ਦੇ ਜ਼ੁਲਮ ਦੇ ਖਿਲਾਫ ਲੜਨਾ ਇਹੀ ਸਾਡੀ ਸੱਚੀ ਸ਼ਰਧਾਂਜਲੀ ਹੈ। ਆਪ ਸਮੂਹ ਦਰਸ਼ਕਾਂ ਦਾ ਹਾਰਦਿਕ ਸ਼ੁਕਰੀਆ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।